ਜੀਓ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨੰਤ ਮੂਲ ਵਿਚਕਾਰ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨੰਤ ਮੂਲ ਵਿਚਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਮੁਖ ਦੀਵਾ ਜੋਤ ਦੁਆਰ। ਦਸਵੇਂ ਦੁਆਰ ਦੀ ਕਥਾ ਵਿਚਾਰ ਚੱਲ ਰਹੀ ਹੈ। ਰਾਮਕਲੀ ਰਾਗ ਦੀ ਭਗਤ ਬਾਣੀ ਵਿੱਚ ਭਗਤ ਬੇਣੀ ਦੀ ਦਾ ਸ਼ਬਦ ਆਪਾਂ ਕੱਲ ਪ੍ਰਾਰੰਭ ਕੀਤਾ ਸੀ। ਭਗਤ ਬੇਣੀ ਜੀ ਇੱਕ ਜੋਗੀ ਨੂੰ ਉਪਦੇਸ਼ ਦੇ ਰਹੇ ਨੇ। ਪਹਿਲਾਂ ਯੋਗਾ ਅਭਿਆਸ ਤੇ ਅਰਥ ਕਰ ਰਹੇ ਹਾਂ। ਏੜਾ ਪਿੰਗਲਾ ਔਰ ਸੁਖਮਨ ਤੀਨ ਬਸੈ ਕਠਾਈ, ਬੇਣੀ ਸੰਗਮ ਤਹਿ ਪਰਾਗ ਮਨ ਮੱਜਨ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਓ। ਇਸ ਪਾਵਨ ਸ਼ਬਦ ਦੀਆਂ 7 ਪੌੜੀਆਂ ਦੀ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਆਓ 8ਵੀਂ ਪੌੜੀ ਪ੍ਰਾਰੰਭ ਹੋ ਰਹੀ ਹੈ। 8ਵੀਂ ਪੌੜੀ ਦੀ ਵਿਚਾਰ ਸਰਵਣ ਕਰੋ ਜੀ। ਚੌਮੁਖ ਦੀਵਾ ਜੋਤ ਦੁਆਰ। 4 ਮੂੰਹ ਵਾਲੇ ਦੀਵੇ ਦੀ ਤਰ੍ਹਾਂ 10ਵੇਂ ਦੁਆਰ ਦੇ ਵਿੱਚ ਚੇਤਨ ਦੀ ਲਾਟ ਦਾ ਪ੍ਰਕਾਸ਼ ਹੈ। ਪੱਲੂ ਅਨੰਤ ਮੂਲ ਵਿਚਕਾਰ। ਸਹੰਸਰ ਦਲ ਕਮਲ ਦੇ ਪੱਲੂ ਪੱਤਿਆਂ ਨੂੰ ਜਾਂ 5 ਕੋਸ਼ਾਂ ਨੂੰ ਪੱਤਰੀਆਂ ਨੂੰ ਅਨੰਤ ਲਾਂਭੇ ਕਰਕੇ 10ਵੇਂ ਦੁਆਰ ਦੇ ਵਿੱਚ ਮੂਲ ਰੂਪ ਡੋਡੀ ਅੰਦਰ ਧਿਆਨ ਨੂੰ ਟਿਕਾਉਣਾ ਕਰਦਾ ਹੈ। ਇਸੇ ਪ੍ਰਕਾਰ ਪੱਲੂ ਅਨੰਤ ਮੂਲ ਵਿਚਕਾਰ। ਅਨੰਤ ਪੱਤਰੀਆਂ ਵਾਲਾ ਕਮਲ ਹੈ ਅਤੇ ਉਸ ਦੇ ਵਿਚਕਾਰ ਮੂਲ ਰੂਪ ਪਰਮੇਸ਼ਰ ਹੈ, ਜਾਂ ਮੂਲ ਰੂਪ ਚੇਤਨ ਦੀ ਲਾਟ ਹੈ, ਜਾਂ ਪੱਤਿਆਂ ਵੱਲੋਂ ਬਿਰਤੀ ਨੂੰ ਅਨੰਤ ਹਟਾ ਕੇ ਵਿਚਕਾਰ ਜੋ ਮੂਲ ਰੂਪ ਸਾਖੀ ਚੇਤਨ ਹੈ ਉਸ ਵਿੱਚ ਚਿੱਤ ਦੀ ਬਿਰਤੀ ਲਗਾਉਣਾ ਕਰਦਾ ਹੈ। ਸਰਬ ਕਲਾ ਲੈ ਆਪੇ ਰਾਹੈ। ਜੋਗੀ ਪੁਰਖ ਸਾਰੀਆਂ ਖੰਡ ਬ੍ਰਹਮੰਡ ਆਦਿਕ ਰਚਨ ਦੀਆਂ ਕਲਾ ਸ਼ਕਤੀਆਂ ਲੈ ਕੇ ਆਪਣੇ ਆਤਮਿਕ ਸਰੂਪ ਦੀ ਵਿਚਾਰ ਕਰਨ ਦੇ ਵਿੱਚ ਹੀ ਜੁੜਿਆ ਰਹਿਣਾ ਚਾਹੀਦਾ ਹੈ। ਮਨ ਮਾਨਕ ਰਤਨ ਮਹੰਗੋ ਹੈ। ਅਤੇ ਮਾਨਕਵਤ ਮਨ ਨੂੰ ਪਰਮੇਸ਼ਰ ਦੇ ਨਾਮ ਜਪ ਕਰਕੇ ਸ਼ੁੱਧ ਕਰਕੇ ਰਤਨਾਂ ਵਰਗੇ ਅਮੋਲਕ ਸਵਾਸਾਂ ਨੂੰ
ਪ੍ਰਾਣਾਯਾਮ ਦੇ ਵਿੱਚ ਗੁੰਦ ਕੇ ਰੱਖਣਾ ਕਰੇ। ਮਸਤਕ ਪਦਮ ਦੁਵਲ ਮਣੀ, ਜੋ ਮੱਥੇ ਦੇ ਵਿੱਚ ਸਹੰਸਰ ਦਲ ਰੂਪੀ ਪਦਮ ਕਮਲ ਹੈ, ਜਾਂ ਮਸਤਕ ਸ਼੍ਰੋਮਣੀ ਦਸਮ ਦੁਆਰ ਰੂਪ ਕਮਲ ਫੁੱਲ ਹੈ, ਇਸ ਦੇ ਆਲੇ ਦੁਆਲੇ ਮਿੱਝ ਦੀਆਂ ਬੋਟੀਆਂ ਰੂਪ ਮਣੀਆਂ ਚਮਕਦੀਆਂ ਪਈਆਂ ਹਨ। ਮਾਹੇ ਨਿਰੰਜਨ ਤ੍ਰਿਪਵਨ ਧਨੀ, ਜੋ ਤਿੰਨਾਂ ਭਵਨਾਂ ਦਾ ਧਨੀ ਮਾਲਕ ਪਰਮੇਸ਼ਰ ਹੈ, ਉਸ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਦੇ ਜੋਗੀ ਪੁਰਖ ਨੂੰ ਦਸਮ ਦੁਆਰ ਦੇ ਵਿੱਚ ਦਰਸ਼ਨ ਹੁੰਦੇ ਹਨ, ਜਾਂ ਉਸ ਸ਼ੁੱਧ ਸਰੂਪ ਦੀ ਚੇਤਨ ਰੂਪ ਲਾਟ ਦੇ ਦਰਸ਼ਨ ਹੁੰਦੇ ਨੇ। ਪੰਜ ਸ਼ਬਦਾ ਨਿਰਮਾਇਲ ਬਾਝੇ, ਉੱਥੇ ਦਸਮ ਦੁਆਰ ਦੇ ਵਿੱਚ ਨਿਰਮਾਇਲ ਉਜਲ ਸੋਹਣੇ ਤਤ ਤੰਤੀ ਆਦਿਕ ਪੰਜ ਸ਼ਬਦ ਮੱਝਦੇ ਸੁਣਦੇ ਹਨ। ਤਤ ਤੰਤੀ ਬਿਤ ਚਰਮ ਕਾ, ਤੰਤੀ ਸਾਜ ਚਮੜੇ ਦੇ ਸਾਜ, ਘਨ ਕਾਸੀ ਕੋ ਜਾਨ, ਕਹਿੰਦੇ ਜਿਸ ਤਰ੍ਹਾਂ ਛੈਣੇ ਹੁੰਦੇ ਨੇ, ਟੱਲੀਆਂ ਹੁੰਦੀਆਂ ਨੇ, ਇਹ ਜਨ ਨਾ ਕਰੋ ਨਾਦ ਸ਼ਬਦ ਘਟ ਕੋ ਕਹਿਓ। ਅਤੇ ਜਿਹੜਾ ਘੜੇ ਦਾ ਸ਼ਬਦ ਯਾਨੀ ਘੜੇ ਦੀ ਆਵਾਜ਼ ਖਾਲੀ ਘੜਾ ਖੜਕਾਉਂਦੇ ਨੇ, ਸੁਖਰ ਸ਼ਬਦ ਪਹਿਚਾਨ, ਸੁਖਰ ਸਵਾਸਾਂ ਵਾਲੀ ਸਾਜ, ਜਿਸ ਤਰ੍ਹਾਂ ਬੰਸਰੀ ਬੀਣਾ ਇਹ ਤੋਤੀ ਵਾਜਾ ਆਦਿਕ ਜਿਹੜੇ ਸਵਾਸ ਨਾਲ ਵੱਜਦੇ ਨੇ, ਸੋ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਮਿਲਵੀਂ ਦਸਵੇਂ ਦੁਆਰ ਦੀ ਆਵਾਜ਼ ਹੈ। ਇਹਨੂੰ ਪੰਜ ਸ਼ਬਦ ਕਹਿੰਦੇ ਨੇ। ਢੋਲਕੇ ਚਵਰ ਸ਼ੰਖ ਘਨ ਗਾਜੇ, ਸੋ ਦਸਮ ਦੁਆਰ ਦੇ ਵਿੱਚ ਚੌਰ ਢੁੱਲਦਾ ਝੁੱਲਦਾ ਦਿਖਦਾ ਹੈ, ਸ਼ੰਖ ਵੱਜਦੇ ਸੁਣਦੇ ਨੇ, ਘਨ ਬਦਲਾਂ ਦੇ ਗਾਜੇ ਗਰਜਨ ਵਰਗੀ ਧੁਨੀ ਸੁਣਾਈ ਦਿੰਦੀ ਹੈ, ਜਾਂ ਘਨ ਬਹੁਤੇ ਸ਼ੰਖ ਵੱਜਦੇ ਸੁਣਦੇ ਹਨ। ਅਰਥਾਤ ਜਿਵੇਂ ਸਰਦੀ ਦੇ ਮੌਸਮ ਵਿੱਚ ਮੂੰਹੋਂ ਸਵਾਸ ਬਾਹਰ ਨੂੰ ਕੱਢਦੇ ਹਾਂ ਤਾਂ ਬਾਹਰ ਨਿਕਲਣ ਵਾਲੀ ਸਵਾਸ ਧੁੰਦ ਵਾਂਗ ਚਿੱਟੇ ਜਿਹੇ ਦਿਖਦੇ ਨੇ, ਇਸੇ ਪ੍ਰਕਾਰ ਦਸਮ ਦੁਆਰ ਵਿੱਚ ਜਦੋਂ ਜੋਗੀ ਜਨ ਸਵਾਸ ਚੜ੍ਹਾਉਂਦੇ ਨੇ ਤਾਂ ਸਵਾਸ ਚੌਰਾਂ ਦੀਆਂ ਤਾਰਾਂ ਵਾਂਗ ਚਮਕਦੇ ਪ੍ਰਤੀਤ ਹੁੰਦੇ ਹਨ। ਅਤੇ ਯੋਗਾ ਅਭਿਆਸੀ ਸਮਝਦਾ ਹੈ ਕਿ ਚੌਰ ਝੁੱਲ ਰਹੀ ਹੈ, ਇਉਂ ਢੁਲਕੇ ਚੌਰ ਝੁੱਲ ਰਿਹਾ ਹੈ, ਅਤੇ ਹਵਾ ਰੁਕ ਰੁਕ ਕੇ ਨਾੜਾਂ ਰਾਹੀਂ ਦਸਮ ਦੁਆਰ ਨੂੰ ਨਿਕਲਦੀ ਹੈ। ਉਹ ਜਿਵੇਂ ਸ਼ੰਖ ਵੱਜਦਾ ਹੁੰਦਾ ਹੈ, ਨੱਕ ਜੋ ਵੀ ਸੀੜੀ ਜੀ ਵੱਜਦੀ ਕਈ ਵਾਰੀ ਸੁਣਦੀ ਹੈ। ਸੋ ਇਉਂ ਸਵਾਸਾਂ ਦੀ ਜਦ ਹਵਾ ਰੁਕ ਰੁਕ ਕੇ ਨਾੜਾਂ ਰਾਹੀਂ ਦਸਮ ਦੁਆਰ ਨੂੰ ਨਿਕਲਦੀ ਹੈ, ਉਹ ਸ਼ੰਖ ਵੱਜਦਾ ਪ੍ਰਤੀਤ ਹੁੰਦਾ ਹੈ। ਇਉਂ ਉਸ ਦੀ ਗਰਜ ਪੈਂਦੀ ਹੈ, ਅਤੇ ਫਿਰ ਜਿਹੜੀ ਇਕੱਠੀ ਦਮਕ ਪੈਂਦੀ ਹੈ ਉਹ ਮਾਨੋ ਬੱਦਲ ਗਰਜਦਾ ਹੈ। ਦਾਲ ਮਲ ਦਤੋ ਗੁਰਮੁਖ ਗਿਆਨ, ਜਿਸ ਨੇ ਥੱਲੇ ਨੂੰ ਜਾਂਦੇ ਸਵਾਸਾਂ ਰੂਪ ਦੈਂਤਾਂ ਦੇ ਦਲ ਨੂੰ ਮਲ ਦਿੱਤਾ ਹੈ, ਭਾਵ ਰੋਕ ਲਿਆ ਹੈ, ਉਸ ਗੁਰਮੁਖ ਜੋਗੀ ਨੂੰ ਦਸਮ ਦੁਆਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਬੇਣ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਕਥਨ ਕਰਦੇ ਨੇ ਕਿ ਇਹ ਪਰਮੇਸ਼ਰ ਯੋਗ ਅਭਿਆਸ ਕਰਨ ਦੀ ਯੁਕਤੀ ਨੂੰ ਪਾ ਕੇ ਫਿਰ ਵੀ ਮੈਂ ਤੇਰਾ ਨਾਮ ਹੀ ਅੰਮ੍ਰਿਤ ਮੰਗਦਾ ਹਾਂ, ਭਾਵ ਹਰ ਵਕਤ ਤੇਰੇ ਨਾਮ ਦੇ ਵਿੱਚ ਚਿੱਤ ਜੁੜਿਆ ਰਹੇ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਮੈਂ ਮੰਗਤਾ ਤੇਰੇ ਦਰ ਦੇ ਉੱਪਰ ਭੀਖ ਮੰਗਦਾ ਹਾਂ, ਕਿਰਪਾ ਕਰ ਮੈਨੂੰ ਮਹਾਰਾਜ ਨਾਮ ਦਾ ਦਾਨ ਬਖਸ਼ਿਸ਼ ਕਰਨਾ ਕਰ।
ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੋ, ਦੇਹ ਆਪਣਾ ਨਾਮ। ਤੇਰੇ ਨਾਮ ਦੀ ਦਕਸ਼ਨਾ ਮੈਂ ਤੇਰੇ ਚਰਨ ਕਮਲਾਂ ਪਾਸੋਂ ਹੇ ਵਾਹਿਗੁਰੂ ਮੰਗਦਾ, ਕਿਰਪਾ ਕਰਕੇ ਵਿਸਰ ਨਾਹੀਂ ਦਾਤਾਰੀ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮੇਰੇ ਮਨ ਦੇ ਵਿੱਚ ਇਹੀ ਚਾਹ ਹੈ ਕਿ ਨਾਮ ਨਾ ਵਿਸਰੈ, ਨਾਮ ਨਾ ਵਿਸਰੈ, ਮੈਨੂੰ ਕਦੀ ਵੀ ਤੇਰਾ ਨਾਮ ਭੁੱਲੇ ਨਾ, ਹਰ ਹਮੇਸ਼ਾ ਹੀ ਤੇਰੇ ਗੁਣਾਂ ਨੂੰ ਮੈਂ ਗਾਉਂਦਾ ਰਹਾਂ ਜੀ। ਸਾਧ ਸੰਗਤ ਜੀਓ, ਭਗਤ ਬੇਣੀ ਜੀ ਨੇ ਇਸ ਪਾਵਨ ਸ਼ਬਦ ਦੀਆਂ 9 ਪੌੜੀਆਂ ਵਿੱਚ ਕਿਵੇਂ ਜੋਗੀ ਪੁਰਖ ਨੂੰ ਯੋਗਾ ਅਭਿਆਸ ਦੁਆਰਾ 10ਵੇਂ ਦੁਆਰ ਖੁੱਲ੍ਹਦਾ ਹੈ ਅਤੇ ਕਿਵੇਂ ਆਵਾਜ਼ਾਂ ਸੁਣਦੀਆਂ ਨੇ, ਕਿਸ ਪ੍ਰਕਾਰ ਰੌਸ਼ਨੀ ਵੇਖਦਾ ਹੈ, ਇਤਿਆਦਿਕ ਵਰਣਨ ਕੀਤਾ ਹੈ। ਜਿਹੜਾ ਪ੍ਰਤੱਖ ਯੋਗਾ ਅਭਿਆਸ ਹੈ ਉਹਦੇ ਤਰੀਕੇ ਨਾਲ। ਅਤੇ ਹੁਣ ਕਿਉਂਕਿ ਗੁਰਮਤਿ ਦਾ ਜੋ ਗਿਆਨ ਹੈ ਇਹ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਹਠ ਜੋ ਕੀਤਾ ਜਾਏ। ਹੁਣ ਗਿਆਨ ਯੋਗ ਦੀ ਪ੍ਰਾਪਤੀ ਬਾਬਤ ਕਥਨ ਕਰਦੇ ਨੇ। ਦੂਸਰਾ ਅੰਤਰੀ ਵਰਤ ਸਰਵਣ ਕਰੋ। ਪਹਿਲਾਂ ਰਾਹਾਉ ਵਾਲੀ ਪੰਕਤੀ ਤੋਂ ਅਰਥ ਪ੍ਰਾਰੰਭ ਹੋਵੇਗਾ ਤਾਂ ਹੀ ਵਿਵਸਥਾ ਸਹੀ ਚੱਲੇਗੀ। ਰਾਹਾਉ ਵਾਲੀ ਪੰਕਤੀ ਪਹਿਲਾਂ ਸਰਵਣ ਕਰੋ ਜੀ। ਦੇਵ ਸਥਾਨ ਕਿਆ ਨਿਸ਼ਾਨੀ, ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤ ਸੰਗਤ ਰੂਪ ਸਥਾਨ ਦੀ ਨਿਸ਼ਾਨੀ ਕੀ ਹੈ? ਕਿਵੇਂ ਪਤਾ ਚੱਲੇ ਕਿ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਤ ਸੰਗਤ ਦਾ ਇਹ ਸਥਾਨ ਹੈ? ਤਹ ਬਾਜੇ ਅਨਹਦ ਬਾਜੇ ਸ਼ਬਦ ਅਨਹਦ ਬਾਣੀ। ਤਾਂ ਉੱਤਰ ਬਖਸ਼ਦੇ ਨੇ ਆਪ ਹੀ। ਸਤ ਸੰਗਤ ਦੀ ਕੀ ਨਿਸ਼ਾਨੀ ਹੈ ਕਿ ਉਹ ਕਿਤੇ ਸਤ ਸੰਗਤ ਵਿੱਚ ਗੁਰਾਂ ਦੇ ਸ਼ਬਦ ਵੱਜਦੇ ਨੇ, ਯਾਨੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਅੰਮ੍ਰਿਤ ਵੇਲੇ, ਅਤੇ ਸ਼ਾਮ ਨੂੰ ਆਰਤੀ ਦਾ ਕੀਰਤਨ ਹੁੰਦਾ ਹੈ। ਸੋਦਰ ਦੀ ਚੌਂਕੀ ਲੱਗਦੀ ਹੈ, ਫਿਰ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਹੈ, ਔਰ ਉਸ ਤੋਂ ਬਾਅਦ ਆਰਤੀ ਦਾ ਕੀਰਤਨ ਹੁੰਦਾ ਹੈ। ਇਉਂ ਗੁਰਾਂ ਦੇ ਸ਼ਬਦ ਅਤੇ ਹੱਦ ਤੋਂ ਰਹਿਤ ਜਾਂ ਇੱਕ ਰਸ ਬਾਣੀ ਦਾ ਉਚਾਰਨ ਹੋ ਰਿਹਾ ਹੈ। ਹੁਣ ਪ੍ਰਾਰੰਭ ਤੋਂ ਆ ਵਰਤ ਸਰਵਣ ਕਰੋ। ਗੁਰਦੁਆਰਾ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਬਣੀਏ। ਗੁਰਦੁਆਰੇ ਦੀ ਇਹ ਨਿਸ਼ਾਨੀ ਹੈ ਕਿ ਉੱਥੇ ਹਰੀ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਜਾਂਦਾ ਹੈ। ਈੜਾ ਪਿੰਗਲਾ ਔਰ ਸੁਖਮਨਾ, ਇਹ ਸੰਤ ਜਨੋ, ਈੜਾ ਭਾਵ ਭਗਤੀ, ਪਿੰਗੁਲਾ ਭਾਵ ਕਰਮ ਕਥਾ, ਅਤੇ ਸੁਖਮਨਾ ਭਾਵ ਗਿਆਨ ਦੀ ਕਥਾ ਜਾਂ ਭਗਤੀ ਕਰਮ ਕਥਾ ਅਤੇ ਬ੍ਰਹਮ ਵਿਦਿਆ, ਇਹ ਤਿੰਨੇ ਹੀ ਨਦੀਆਂ ਤੀਨ ਬਸਾਂ ਇਕ ਠਾਈ। ਇੱਕ ਸਤਸੰਗਤ ਰੂਪੀ ਥਾਨ ਦੇ ਇਹ ਤਿੰਨੇ ਨਦੀਆਂ ਵਸ ਰਹੀਆਂ ਨੇ। ਭਾਵ ਅੰਮ੍ਰਿਤ ਵੇਲੇ ਜੋ ਇਹ ਆਪ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹੋ, ਇਹ ਜਿਹੜੀ ਭਗਤੀ ਵਾਲੀ ਕਥਾ ਹੈ ਸਾਧ ਸੰਗਤ ਜੀਓ, ਇਹ ਪਿੰਗਲਾ ਹੈ, ਪਿੰਗਲਾ। ਅਤੇ ਸੁਖਮਨਾ ਜੋ ਗਿਆਨ ਦੀ ਕਥਾ ਹੈ, ਅਤੇ ਭਗਤੀ ਤੋਂ ਬਾਅਦ ਜੋ ਬ੍ਰਹਮ ਗਿਆਨ ਹੋ ਜਾਂਦਾ ਹੈ, ਗਿਆਨ ਦੀ ਕਥਾ ਹੈ, ਇਹ ਸੁਖਮਨਾ ਹੈ। ਅਤੇ ਜਿਹੜੀ ਈੜਾ ਹੈ ਇਹ ਕਰਮ ਕਥਾ। ਇਸ ਤਰੀਕੇ ਦੇ ਨਾਲ ਜਿਹੜੀ ਰਹਿਤ ਮਰਿਆਦਾ ਦੀ ਕਥਾ ਹੈ ਇਹ ਈੜਾ ਦੀ ਤਰ੍ਹਾਂ ਹੈ। ਇਉਂ ਈੜਾ ਪਿੰਗਲਾ ਅਤੇ ਸੁਖਮਨਾ ਗੰਗਾ ਭਗਤੀ ਦੀ, ਬ੍ਰਹਮ ਗਿਆਨ ਦੀ ਬਾਣੀ ਦੀ ਕਥਾ, ਅਤੇ
ਜਿਹੜੀ ਸ਼ਾਮ ਦੀ ਗੁਰ ਇਤਿਹਾਸ ਦੀ ਕਥਾ, ਉਪਾਸ਼ਨਾ ਦੀ ਕਥਾ ਤੇ ਰਹਿਤ ਮਰਿਆਦਾ ਦੀ ਕਥਾ, ਇਹ ਏੜਾ ਪਿੰਗਲਾ ਤੇ ਸੁਖਮਨਾ, ਇਹ ਤਿੰਨ ਨਦੀਆਂ ਦਾ ਸੰਗਮ ਯਾਨੀ ਸੰਗਤ ਦੇ ਵਿੱਚੋਂ ਇਹ ਬ੍ਰਹਮ ਵਿਦਿਆ ਦੀ ਕਥਾ, ਗਿਆਨ ਦੀ ਕਥਾ, ਭਗਤੀ ਦੀ ਕਥਾ ਤੇ ਕਰਮ ਕਥਾ, ਉਪਾਸ਼ਨਾ ਕਥਾ ਤੇ ਸੁਖਮਨਾ ਬ੍ਰਹਮ ਗਿਆਨ ਦੀ ਕਥਾ, ਇਹ ਤਿੰਨੇ ਹੀ ਪ੍ਰਾਪਤ ਹੋ ਰਹੀਆਂ ਨੇ। ਇਸੇ ਪ੍ਰਕਾਰ ਏੜਾ ਪਿੰਗਲਾ ਔਰ ਸੁਖਮਨਾ, ਏੜਾ ਚੰਦਰਮਾ ਦੀ ਸੁਰ ਤੇ ਚੰਦਰਮਾ ਦੀ ਸੁਰ ਦੇ ਵਿੱਚੋਂ ਗੰਗਾ ਤੇ ਗੰਗਾ ਤੋਂ ਭਗਤੀ ਸਮਝਣੀ। ਪਿੰਗਲਾ ਸੂਰਜ ਦੀ ਸੁਰ, ਸੱਜੀ ਸੁਰ ਤੇ ਸੂਰਜ ਦੀ ਸੁਰ ਵਿੱਚੋਂ ਜਮਨਾ ਤੇ ਜਮਨ ਤੋਂ ਕਰਮ ਕਥਾ ਸਮਝਣੀ। ਤੇ ਸੁਖਮਨਾ ਮਨ ਨੂੰ ਸੁਖ ਦੇਣ ਵਾਲੀ ਸੁਖਮਨਾ ਤੇ ਸੁਖਮਨਾ ਵਿੱਚੋਂ ਸੁਰਸਤੀ ਤੇ ਸੁਰਸਤੀ ਤੋਂ ਗਿਆਨ ਕਥਾ ਸਮਝਣੀ। ਇੰਜ ਅਰਥ ਸਮਝਣਾ ਆਪਨੇ। ਧੀਏ ਨ ਬਸਾ ਇਕ ਠਾਈ, ਇਹ ਤਿੰਨੇ ਹੀ ਜੋ ਕਥਾਵਾਂ ਨੇ ਇਹ ਨਦੀਆਂ ਦੀ ਤਰ੍ਹਾਂ ਇੱਕੋ ਹੀ ਸਤਸੰਗ ਰੂਪ ਸਥਾਨ ਦੇ ਉੱਪਰ ਵਸਦੀਆਂ ਹਨ। ਬੇਣੀ ਸੰਗਮ ਤਹ ਪਿਰਾਗ ਮਨ, ਮਨ ਅੱਗੇ ਲੱਗਣਾ। ਬੇਣੀ ਸੰਗਮ ਤੈ ਹੈ ਪਿਰਾਗ, ਜਿੱਥੇ ਤਿੰਨ ਨਦੀਆਂ ਇਕੱਠੀਆਂ ਹੋਣ ਉੱਥੇ ਤ੍ਰਿਵੇਣੀ ਦਾ ਸੰਗਮ ਸੰਬੰਧ ਹੁੰਦਾ ਹੈ ਅਤੇ ਤੈ ਹੈ ਪਿਰਾਗ, ਉੱਥੇ ਪ੍ਰਾਗਰਾਜ ਹੁੰਦਾ ਹੈ। ਇਸੇ ਪ੍ਰਕਾਰ ਸਤਸੰਗ ਦੇ ਵਿੱਚ ਭਗਤੀ, ਕਰਮ ਕਥਾ, ਗਿਆਨ ਕਥਾ ਰੂਪ ਨਦੀਆਂ ਕਰਕੇ ਤ੍ਰਿਵੇਣੀ ਬਣੀ ਹੋਈ ਹੈ। ਇਸ ਲਈ ਮੰਨੋ ਇਹ ਪ੍ਰਾਗਰਾਜ ਤੀਰਥ ਵੀ ਬਣਿਆ ਹੋਇਆ ਹੈ। ਮਨ ਮੱਜਨ ਕਰੇ ਤਿਥਾਈ, ਉਸ ਸਤਸੰਗਤ ਰੂਪ ਤ੍ਰਿਵੇਣੀ ਦੇ ਅੰਦਰ ਨਾਮ ਰੂਪ ਜਲ ਵਿੱਚ ਗੁਰਮੁਖ ਅਧਿਕਾਰੀ ਇਸ਼ਨਾਨ ਕਰਦਾ ਹੈ। ਅਰਥਾਤ ਜਿਸ ਦਾ ਮਨ ਸਤਸੰਗਤ ਦੇ ਨਾਲ ਮਿਲ ਕੇ ਭਗਤੀ ਕਰਦਾ ਹੈ ਉਹ ਮਨ ਨੂੰ ਗੰਗਾ ਤੇ ਇਸ਼ਨਾਨ ਕਰਦਾ। ਜਿਹੜਾ ਗੁਰਾਂ ਦੀ ਦਸੀ ਰਹਿਤ ਬਹਿਤ ਨੂੰ ਕਮਾਉਂਦਾ ਹੈ ਉਹ ਮਨ ਨੂੰ ਜਮਨਾ ਤੇ ਇਸ਼ਨਾਨ ਕਰਦਾ। ਜਿਹੜਾ ਗਿਆਨ ਵਿੱਚ ਚਿੱਤ ਨੂੰ ਟਿਕਾਉਂਦਾ ਹੈ ਉਹ ਮਨ ਨੂੰ ਸੁਰਸਤੀ ਵਿੱਚ ਇਸ਼ਨਾਨ ਕਰਦਾ। ਇਉਂ ਸਤਸੰਗਤ ਮਨ ਨੂੰ ਇੱਕ ਪੁਰਬ ਲੱਗਾ ਹੋਇਆ ਹੈ। ਕੁੰਭ ਦਾ ਮੇਲਾ ਤਾਂ 12 ਸਾਲਾਂ ਬਾਅਦ ਆਉਂਦਾ ਹੈ। ਇੱਥੇ 12 ਘੰਟੇ 24 ਘੰਟੇ 24 ਆਵਰ ਹੀ ਮੇਲਾ ਲੱਗਾ ਹੋਇਆ ਨਿੱਤ ਦਾ। ਜਦੋਂ ਵੀ ਕਿਸੇ ਦਾ ਚਿੱਤ ਕਰਦਾ, ਸਮਾਂ ਮਿਲਦਾ, ਉਦੋਂ ਹੀ ਆ ਕੇ ਇਸ਼ਨਾਨ ਕਰੇ। ਕੁੰਭ ਉਡੀਕਣ ਦੀ ਲੋੜ ਹੀ ਨਹੀਂ। ਉਹ ਪਹਿਲਾਂ ਲੋਕ ਮੱਸਿਆ ਟੇਕਦੇ ਹੁੰਦੇ ਤੇ ਸੋਮਵਾਰੀ ਮੱਸਿਆ ਨੂੰ ਬੜੀ ਤਰਜੀਹ ਦਿੰਦੇ। ਇੱਥੇ ਨੇਤੀ ਮੱਸਿਆ ਲੱਗੀ ਹੋਈ ਹੈ, ਸੋਮਵਾਰ ਮੰਗਲਵਾਰ ਨੇਤੀ ਮੱਸਿਆ। ਸੋ ਜਿਸ ਦਾ ਮਨ ਕਰਮ ਉਪਾਸ਼ਨਾ ਦੇ ਗਿਆਨ ਦੀ ਪ੍ਰਾਪਤੀ ਵਾਲੇ ਬਚਨ ਸੁਣਦਾ, ਮਨ ਨੂੰ ਉਸ ਲਈ ਤਾਂ ਇਹੀ ਪੁਰਬ ਦੇ ਸਮੇਂ ਦਾ ਇਸ਼ਨਾਨ ਕਰਨਾ ਹੈ। ਸੰਤਾਂ ਇਹ ਸੰਤ ਜਨੋ ਤਹਾਂ ਨਿਰੰਜਨ ਰਾਮ ਹੈ, ਉੱਥੇ ਸਤਸੰਗਤ ਦੇ ਵਿੱਚ ਸ਼ੁੱਧ ਸਰੂਪ ਰਾਮ ਪਰਮੇਸ਼ਰ ਆਪ ਵਸ ਰਿਹਾ ਹੈ। ਗੁਰ ਗਮ ਚੀਨੈ ਬਿਰਲਾ ਕੋਏ, ਸੋ ਗੁਰ ਗਮ ਪਰ ਗੁਰਾਂ ਦੀ ਜੋ ਗਮਤਾ ਪ੍ਰਾਪਤ ਕਰਕੇ ਕੋਈ ਟਾਵਾਂ ਬਿਰਲਾ ਪੁਰਖ ਹੀ ਜਾਣਦਾ ਹੈ ਕਿ ਪਰਮੇਸ਼ਰ ਆਪ ਸਤਸੰਗਤ ਦੇ ਵਿੱਚ ਵਸਦਾ ਹੈ, ਜਾਂ ਕੋਈ ਵਿਰਲਾ ਹੀ ਗੁਰੂ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਹੋਏ ਤੋਂ ਸਤਸੰਗਤ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰਨਾ ਜਾਣਦਾ ਹੈ। ਤਹਾਂ ਨਿਰੰਜਨ ਰਮਈਆ ਹੋਏ, ਉੱਥੇ ਸਤਸੰਗਤ ਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਰਮਿਆ ਹੋਇਆ ਪਰਮੇਸ਼ਰ ਆਪ ਸਾਖਿਆਤ ਹੁੰਦਾ ਹੈ, ਜਾਂ ਉੱਥੇ ਸਤਸੰਗਤ ਦੇ ਵਿੱਚ ਜਾਣ ਵਾਲਾ ਰਮੇ ਹੋਏ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦੇਵ
ਸਥਾਨ ਕਿਆ ਨਿਸ਼ਾਨੀ। ਪ੍ਰਕਾਸ਼ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਦੀ ਕੀ ਨਿਸ਼ਾਨੀ ਹੈ? ਆਪੇ ਉੱਤਰ ਦਿੰਦੇ ਨੇ। ਤਹ ਬਾਜੇ ਸ਼ਬਦ ਅਨਾਹਤ ਬਾਣੀ। ਕਹਿੰਦੇ ਉੱਥੇ ਸਤਸੰਗਤ ਦੇ ਵਿੱਚ ਸ਼ਬਦ ਕੀਰਤਨ ਅਤੇ ਇੱਕ ਰਸ ਪਰਮੇਸ਼ਰ ਦੀ ਬਾਣੀ ਦਾ ਬਾਜੇ ਉਚਾਰਨ ਹੋ ਰਿਹਾ ਹੈ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸ਼ੰਤ ਛਕੇ ਲੱਗ ਰਹੇ ਨੇ। ਉੱਚੀ ਉੱਚੀ ਸ਼ਲੋਕ ਪੌੜੀਆਂ ਲੱਗ ਰਹੀਆਂ ਨੇ। ਰਾਗੀ ਸਿੰਘ ਪੜ੍ਹ ਰਹੇ ਨੇ ਅਤੇ ਸਾਰੀ ਦਿਹਾੜੀ ਵੀ ਫਿਰ ਕਿਤੇ ਬਿਲਾਵਲ ਦੀ ਚੌਂਕੀ ਲਾਤੀ, ਕਿਤੇ ਰਾਮਕਲੀ ਦੀ ਚੌਂਕੀ ਲਾਤੀ। ਇਉਂ ਚੌਂਕੀਆਂ 'ਚ ਕੀਰਤਨ ਹੁੰਦਾ ਰਹਿੰਦਾ। ਕਦੀ ਆਨੰਦ ਦੀ ਚੌਂਕੀ ਤੇ ਸ਼ਾਮਾਂ ਨੂੰ ਫਿਰ ਸੋਦਰ ਦੀ ਚੌਂਕੀ, ਰਹਿ ਰਾਸ ਆਰਤੀ ਅਰਥ। ਤੋ ਇੰਝ ਜਿੱਥੇ ਮਹਾਰਾਜ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੈ, ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਈ ਜਿਉ। ਜਿੱਥੇ ਵਾਜੇ ਵੱਜਦੇ ਨੇ, ਕੀਰਤਨ ਹੁੰਦਾ ਹੈ, ਗੁਰਬਾਣੀ ਦਾ ਉਚਾਰਨ ਪਾਠ ਹੋ ਰਹੀ ਹੈ, ਕਥਾ ਹੋ ਰਹੀ ਹੈ, ਬ੍ਰਹਮ ਗਿਆਨ ਦੀ ਵਿਚਾਰ ਹੋ ਰਹੀ ਹੈ। ਇਹ ਸਾਧ ਸੰਗਤ ਜੀਓ ਸਤਸੰਗਤ ਦੀ ਨਿਸ਼ਾਨੀ ਹੈ। ਇੱਕ ਹੁੰਦੀ ਹੈ ਸਾਧ ਸੰਗਤ, ਇੱਕ ਹੁੰਦੀ ਹੈ ਸੰਗਤ, ਇੱਕ ਹੁੰਦੀ ਹੈ ਸਤ ਸੰਗਤ ਤੇ ਇੱਕ ਹੈ ਕੁਸੰਗਤ। ਸੰਗਤ ਤਾਂ ਉਹ ਹੈ ਜਿੱਥੇ ਕੋਈ ਬੰਦੇ ਦਾ ਕੋਈ ਨਫਾ ਨਾ ਹੋਵੇ, ਕਿਤੇ ਨੁਕਸਾਨ ਨਾ ਹੋਵੇ। ਚਾਰ ਬੰਦੇ ਬੈਠੇ ਨੇ, ਗੱਪਾਂ ਮਾਰ ਰਹੇ ਨੇ, ਪਿੱਪਲ ਥੱਲੇ, ਬੋੜ ਥੱਲੇ, ਤਖਤ ਪੋਸ਼ ਤੇ, ਉਹ ਸੰਗਤ ਹੋ ਗਈ। ਇੱਕ ਹੁੰਦੀ ਹੈ ਸਾਧ ਸੰਗਤ। ਇੱਕ ਸਿੱਖ ਦੋਏ ਸਾਧ ਸੰਗ। ਜੇ ਦੋ ਮਿਲ ਗਏ, ਇਕੱਲਾ ਤਾਂ ਸਿੱਖ ਹੈ। ਜੇ ਦੋ ਮਿਲ ਗਏ ਤਾਂ ਸਾਧ ਸੰਗਤ ਬਣ ਗਈ। ਜਿੱਥੇ ਪੰਜ ਮਿਲ ਗਏ, ਪੰਜੀ ਪਰਮੇਸ਼ਰ, ਉੱਥੇ ਪਰਮੇਸ਼ਰ ਹੀ ਆ ਗਿਆ। ਤੇ ਜਿਹੜੀ ਸਤ ਸੰਗਤ ਹੁੰਦੀ ਹੈ, ਪਹਿਲਾਂ ਕੁਝ ਸੰਗਤ ਬਾਰੇ, ਜਿਹਦੇ ਵਿੱਚ ਖਿਆਲਾਤ ਬੁਰੇ ਚੱਲਦੇ ਨੇ, ਵਿਚਾਰ ਬੁਰੇ ਚੱਲਦੇ ਨੇ, ਇਨਸਾਨ ਬੁਰੇ ਪਾਸੇ ਲੱਗਦਾ, ਉਹ ਕੁਸੰਗਤ ਹੈ ਜੋ ਇਨਸਾਨ ਦਾ ਨੁਕਸਾਨ ਕਰਦੀ ਹੈ। ਸਤ ਸੰਗਤ ਜਿੱਥੇ ਸਤ ਦੀ ਵਿਚਾਰ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਨੇ। ਜਿੱਥੇ ਪ੍ਰਕਾਸ਼ ਨਾ ਹੋਵੇ, ਜਿਸ ਤਰ੍ਹਾਂ ਮਾਈਆਂ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ, ਗੇਟ ਦੇ ਸਾਹਮਣੇ ਧਰਨਾ ਲੱਗਾ ਹੋਇਆ, ਡੇਲੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਉਹ ਸਤ ਸੰਗਤ ਨਹੀਂ ਹੈ, ਉਹ ਸਾਧ ਸੰਗਤ ਹੈ। ਕਿਉਂਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਸੰਗਤ ਗੁਰੂ ਮਹਾਰਾਜ ਦਾ ਨਾਮ ਜਪ ਰਹੀ ਹੈ, ਅਰਦਾਸ ਬੇਨਤੀ ਕਰ ਰਹੀ ਹੈ, ਵਿਚਾਰ ਗੁਰਬਾਣੀ ਦੇ ਨੇ, ਗੁਰਮਤਿ ਦੇ ਨੇ, ਪਰ ਗੁਰੂ ਸਾਹਿਬ ਵਿੱਚ ਆ ਮੌਜੂਦ ਨਹੀਂ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਗੁਰਦੁਆਰੇ ਦੀ ਸਤ ਸੰਗਤ ਹੈ। ਇਉਂ ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਉਹ ਇੱਕ ਰਸ ਪਰਮੇਸ਼ਰ ਦੀ ਬਾਣੀ ਦਾ ਗੁਰਦੁਆਰੇ ਸਾਹਿਬ ਉਚਾਰਨ ਹੋ ਰਿਹਾ ਹੈ। ਤਹ ਚੰਦ ਨਾ ਸੂਰਜ ਪੌਣ ਨ ਪਾਣੀ। ਉੱਥੇ ਸਤ ਸੰਗਤ ਦੇ ਵਿੱਚ ਚੰਦਰਮਾ ਦੇ ਵਰਤ ਤੇ ਸੂਰਜ ਦੇ ਵਰਤ ਰੱਖਣ ਦੀ ਲੋੜ ਨਹੀਂ, ਜਾਂ ਚੰਦਰ ਗ੍ਰਹਿਣ, ਸੂਰਜ ਗ੍ਰਹਿਣ ਮੰਨਣ ਦੀ ਲੋੜ ਨਹੀਂ ਹੈ। ਅਤੇ ਨਾ ਹੀ 10ਵੇਂ ਦੁਆਰ ਦੇ ਵਿੱਚ ਸਵਾਸ ਚੜਾਉਣ ਦੀ ਲੋੜ ਹੈ। ਪਿਛਲੇ ਕੁਛ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗਾ, ਲੋਕ ਬੜੀ ਵਿਚਾਰ ਕਰਦੇ ਨੇ, ਤੇ ਇੱਥੇ ਕੋਈ ਵਿਚਾਰ ਦੀ ਲੋੜ ਨਹੀਂ ਹੈ। ਤੇ ਨਾ ਤਾਂ ਚੰਦਰਮਾ ਗ੍ਰਹਿਣ, ਨਾ ਸੂਰਜ ਗ੍ਰਹਿਣ, ਤੇ ਨਾ ਹੀ ਇਹਨਾਂ ਦੇ ਵਰਤ ਰੱਖਣ ਦੀ ਲੋੜ ਹੈ, ਤੇ ਨਾ ਹੀ 10ਵੇਂ ਦੁਆਰ ਦੇ ਵਿੱਚ ਪੌਣ ਸਵਾਸ ਚੜਾਉਣ ਦੀ ਲੋੜ ਹੈ। ਸਾਖੀ ਜਾਗੇ ਗੁਰਮੁਖ ਜਾਣੀ।
ਇਸੇ ਪ੍ਰਕਾਰ ਤਹ ਚਾਂਦਨ ਸੂਰਜ ਪੌਣ ਨ ਪਾਣੀ। ਨਾ ਹੀ ਪਾਣੀ ਵਿੱਚ ਖੜ ਕੇ ਜਲ ਧਾਰੇ ਕਰਨ ਦੀ ਲੋੜ ਹੈ, ਨਾ ਹੀ ਸਵਾਸ ਚੜਾਉਣ ਦੀ ਲੋੜ ਹੈ। ਉੱਥੇ ਸਤਸੰਗਤ ਦੇ ਵਿੱਚ ਚਾਂਦਨਾ ਸੂਰਜ, ਚੰਦਰਮਾ ਦੀ ਤਰ੍ਹਾਂ ਸਤੋ ਗੁਣ ਤੇ ਸੂਰਜ ਦੀ ਤਰ੍ਹਾਂ ਤਮੋ ਗੁਣ ਵੀ ਨਹੀਂ ਹੈ। ਪੌਣ ਨਾ ਪਾਣੀ ਅਤੇ ਪੌਣ ਦੀ ਤਰ੍ਹਾਂ ਰਜੋ ਗੁਣ ਵੀ ਨਹੀਂ ਹੈ ਤੇ ਪਦਾਰਥਾਂ ਨੂੰ ਪਾਣੀ ਵੀ ਨਹੀਂ ਹੈ। ਇਸੇ ਪ੍ਰਕਾਰ ਤਹ ਚਾਂਦਨ ਸੂਰਜ ਪੌਣ ਨ ਪਾਣੀ। ਉਥੇ ਮਾਇਆ ਦਾ ਮੋਹ ਰੂਪ ਚੰਦਰਮਾ ਤੇ ਤਮੋ ਗੁਣ ਰੂਪ ਸੂਰਜ ਵੀ ਨਹੀਂ ਹੈ ਤੇ ਨਾ ਹੀ ਪਾਣੀ ਨਾਲ ਜਲ ਧਾਰੇ ਆਦਿ ਕਰਨ ਦੀ ਉਪਾਸਨਾ ਹੈ ਤੇ ਨਾ ਹੀ ਦਸਵੇਂ ਦੁਆਰ ਵਿੱਚ ਪ੍ਰਾਣ ਚੜਾਈ ਦੇ ਹਨ। ਸਾਖੀ ਜਾਗੀ ਗੁਰਮੁਖ ਜਾਣੀ। ਜਿਸ ਦੇ ਹਿਰਦੇ ਵਿੱਚ ਗੁਰਸਿੱਖਿਆ ਧਾਰਨ ਦੀ ਇੱਛਾ ਜਾਗ ਪਈ ਹੈ ਜਾਂ ਜਿਸ ਦੇ ਅੰਦਰ ਪ੍ਰਭੂ ਪ੍ਰਾਪਤੀ ਵਾਲੀ ਗੁਰਸਿੱਖਿਆ ਜਾਗ ਪਈ ਹੈ, ਉਸ ਗੁਰਮੁਖ ਜਨ ਨੇ ਪਰਮੇਸ਼ਰ ਦੇ ਤਾਈਂ ਜਾਣ ਲਿਆ ਹੈ। ਇਸੇ ਪ੍ਰਕਾਰ ਸਾਖੀ ਜਾਗੀ ਗੁਰਮੁਖ ਜਾਣੀ। ਜਿਸ ਦੀ ਬੁੱਧੀ ਗੁਰਸਿੱਖਿਆ ਦੁਆਰਾ ਅਵਿਦਿਆ ਰੂਪ ਰਾਤ ਤੋਂ ਗਿਆਨ ਰੂਪ ਅਵਸਥਾ ਵੀ ਜਾਗ ਪਈ ਹੈ, ਉਸ ਨੇ ਗੁਰਮੁਖ ਦੀ ਰੀਤੀ ਨੂੰ ਜਾਣਿਆ। ਜਾਂ ਜਿਸ ਦੀ ਬਿਰਤੀ ਗੁਰਸਿੱਖਿਆ ਦੁਆਰਾ ਗਿਆਨ ਅਵਸਥਾ ਵੀ ਜਾਗੀ ਹੈ, ਉਸ ਗੁਰਮੁਖ ਨੇ ਸਤਸੰਗਤ ਦੀ ਮਹਿਮਾ ਜਾਣੀ ਹੈ। ਉਪਜੈ ਗਿਆਨ ਦੁਰਮਤ ਛੀਜੈ। ਜਿਸ ਵੇਲੇ ਸਤਸੰਗ ਦਾ ਸਦਕਾ ਬ੍ਰਹਮ ਗਿਆਨ ਹਿਰਦੇ ਵਿੱਚ ਉਪਜੈ ਪੈਦਾ ਹੋ ਜਾਂਦਾ ਹੈ, ਉਸ ਵੇਲੇ ਦੁਰਮਤ ਖੋਟੀ ਮਤ ਨਾਸ਼ ਹੋ ਜਾਂਦੀ ਹੈ। ਅੰਮ੍ਰਿਤ ਰਸ ਗਗਨ ਅੰਤਰ ਪੀਜੈ। ਜੋ ਸਤਸੰਗਤ ਦੇ ਵਿੱਚ ਨਾਮ ਅੰਮ੍ਰਿਤ ਦਾ ਰਸ ਹੈ, ਇਸ ਵਿੱਚ ਗਗਨ ਅੰਤਰ, ਗਗਨ ਹਿਰਦਾ ਅੰਤਰ ਅੰਦਰੋਂ ਪੀਜੈ ਭਿੱਜ ਜਾਂਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਰਸ ਗਗਨ ਅੰਤਰ ਪੀਜੈ। ਜੋ ਚਿਦਾਕਾਸ਼ ਰੂਪ ਬ੍ਰਹਮ ਸਾਰਿਆਂ ਦੇ ਅੰਦਰ ਹੈ, ਉਹਦੇ ਵਿੱਚ ਮਨ ਭਿੱਜ ਜਾਂਦਾ, ਮੰਨ ਜਾਂਦਾ। ਐਸਾ ਸਤਸੰਗ ਦੇ ਵਿੱਚ ਨਾਮ ਅੰਮ੍ਰਿਤ ਰਸ ਹੈ। ਇਸ ਕਲਾ ਜੋ ਜਾਣੈ ਪਿਓ। ਇਸ ਨਾਮ ਅੰਮ੍ਰਿਤ ਦੀ ਸ਼ਕਤੀ ਦਾ ਜਾਂ ਗੁਰਮਤਿ ਦੀ ਕਲਾ ਦਾ ਜੋ ਗੁਰਾਂ ਦੁਆਰਾ ਭੇਦ ਜਾਣ ਲੈਂਦਾ ਹੈ। ਭੇਟੈ ਤਾਸ ਪਰਮ ਗੁਰ ਦੇਉ। ਉਸ ਨੂੰ ਸਭ ਤੋਂ ਪਰਮ ਵੱਡਾ ਗੁਰਦੇਵ ਪਰਮੇਸ਼ਰ ਭੇਟਾ ਮਿਲ ਜਾਂਦਾ ਹੈ। ਦਸਮ ਦਵਾਰ ਅਗਮੇ ਅਪਾਰ। ਪੰਜਾਂ ਤੱਤਾਂ ਦੀ ਧਾਰਨਾ ਤੇ ਪੰਜ ਸਤ ਸੰਦੋਖ ਆਦਿਕ ਸ਼ੁਭ ਗੁਣਾਂ ਦੇ ਸਹਿਤ ਜਿਸ ਦਾ 10ਵਾਂ ਦੁਆਰ ਬਣਿਆ ਹੋਇਆ ਹੈ, ਇਹੀ ਅਗਮ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਰਹਿਤ, ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਜੋ ਮਹਾਰਾਜ ਕਹਿੰਦੇ ਨੇ ਪਰਮ ਪੁਰਖ ਕੀ ਕਾਟੀ। ਪਰਮ ਸਭ ਤੋਂ ਵੱਡੇ ਪੁਰਖ ਪੂਰਨ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਦੀ ਘਾਟੀ ਹੈ। ਉਪਰ ਹਾਟ ਹਾਟ ਪਰ ਆਲਾ। ਸਭ ਖੰਡਾਂ ਬ੍ਰਹਮੰਡਾਂ ਰੂਪੀ ਹੱਟ ਦੇ ਉੱਪਰ ਭਾਰਤ ਖੰਡ ਰੂਪੀ ਹੱਟ ਹੈ ਅਤੇ ਭਾਰਤ ਖੰਡ ਰੂਪੀ ਹੱਟ ਦੇ ਉੱਪਰ ਮਨੁੱਖਾ ਜਨਮ ਰੂਪੀ ਹੱਟ ਹੈ ਅਤੇ ਮਨੁੱਖਾ ਜਨਮ ਰੂਪੀ ਹੱਟ ਦੇ ਉੱਪਰ ਸਤਸੰਗਤ ਰੂਪੀ ਆਲਾ ਹੈ। ਆਲੇ ਭੀਤਰ ਥਾਤੀ। ਅਤੇ ਸਤਸੰਗਤ ਰੂਪ ਆਲੇ ਦੇ ਵਿੱਚ ਬ੍ਰਹਮ ਦੀ ਰੂਪ ਥੈਲੀ ਰੱਖੀ ਹੋਈ ਹੈ। ਜਾਗਤ ਰਹੈ ਸੋ ਕਬਹੁ ਨਾ ਸੋਵੈ। ਜੋ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਹੈ, ਉਹ ਕਦੇ ਵੀ ਮੋਹ ਜਾਂ ਅਵਿਦਿਆ ਰੂਪ ਨੀਂਦ ਵਿੱਚ ਸੌਂਦਾ ਨਹੀਂ ਹੈ। ਗੁਰਮੁਖ ਜਾਗ ਰਹੇ ਚੌਕੀ ਅਭਿਮਾਨੀ ਰਾਮ। ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਜਾਗਦੀ ਅਵਸਥਾ ਦੇ ਵਿੱਚ ਵਿਚਰਦੇ ਨੇ,
ਉਹ ਕਦੇ ਵੀ ਆਲਸੀ ਨਹੀਂ ਹੁੰਦੇ, ਕਦੀ ਪ੍ਰਮਾਦੀ ਹੋ ਕੇ ਗੁਰੂ ਉਪਦੇਸ਼ ਨੂੰ ਨਾ ਕਮਾਉਣ ਨੂੰ ਵਸਾਉਂਦੇ ਨਹੀਂ। ਮਤਲਬ ਮੋਹ ਮਾਇਆ ਅਤੇ ਅਵਿਦਿਆ ਦੀ ਰੀਤ ਦੀ ਨੀਂਦ ਦੇ ਵਿੱਚ ਉਹ ਕਦੀ ਵੀ ਸੌਂਦੇ ਨਹੀਂ। ਪ੍ਰਤੱਖ ਤਾਂ ਅੱਖਾਂ ਬੰਦ ਕਰਨ ਤੋਂ ਥੋੜ੍ਹੀ ਰਾਹਤ ਮਿਲਦੀ ਹੈ। ਇਹ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ ਹੈ, ਜਿੰਨਾ ਚਿਰ ਇਹਨੂੰ ਆਰਾਮ ਨਾ ਦਈਏ ਉਹਨਾਂ ਚਿਰ ਇਹ ਚੱਲਦਾ ਨਹੀਂ। ਜਿਸ ਤਰ੍ਹਾਂ ਗੱਡੀ ਨੂੰ ਤੇਲ ਪਾਣੀ ਦੀ ਲੋੜ ਹੈ, ਕੋਈ ਵੀ ਮਸ਼ੀਨਰੀ ਹੈ, ਹੁਣ ਏਸੀ ਹੈ, ਪੱਖੇ ਨੇ, ਜੇ 24 ਘੰਟੇ ਚੱਲਦੇ ਰਹਿਣਗੇ ਜਿੰਨੀ ਮਰਜ਼ੀ ਵਧੀਆ ਕੰਪਨੀ ਦੇ ਹੋਣ, ਆਖਰ ਗਰਮ ਹੋ ਕੇ ਹੀਟ ਹੋ ਕੇ ਉਹ ਡੈੱਡ ਹੋ ਜਾਣਗੇ। ਇਉਂ ਸਰੀਰ ਦੀ ਵੀ ਕੁਛ ਵੈਲਿਡਿਟੀ ਹੁੰਦੀ ਹੈ। ਬੱਚੇ ਦਾ ਕਿਸ਼ੋਰ ਅਵਸਥਾ ਦਾ ਸਰੀਰ ਕੁਛ ਜ਼ਿਆਦਾ ਟਾਈਮ ਚੱਲਦਾ, ਨੌਜਵਾਨ ਦਾ ਹੋਰ ਜ਼ਿਆਦਾ ਚੱਲਦਾ, ਅਤੇ ਜਦੋਂ ਪ੍ਰੌਢਿਆ ਅਵਸਥਾ 40 ਕੁ ਸਾਲ ਤੱਕ ਬੰਦਾ ਪਹੁੰਚ ਜਾਏ ਥੋੜ੍ਹਾ ਜਿਹਾ ਕੰਮ ਢਿੱਲਾ ਪੈ ਜਾਂਦਾ, ਫਿਰ ਥੋੜ੍ਹਾ ਆਰਾਮ ਦੀ ਲੋੜ ਰਹਿੰਦੀ ਹੈ, ਨਿਗਾਹ ਦੀ ਪ੍ਰੋਬਲਮ ਪੈ ਜਾਂਦੀ ਹੈ। ਇਉਂ ਸਰੀਰ ਨੂੰ ਤਾਂ ਵਿਸ਼ਰਾਮ ਚਾਹੀਦਾ ਹੈ, ਭਾਵੇਂ ਇੱਕ ਫਾਰਮੈਲਿਟੀ ਦੇ ਤੌਰ 'ਤੇ ਅੱਖਾਂ ਬੰਦ ਕਰੇ। ਅਤੇ ਪਰ ਇਹ ਜਿਹੜੀ ਨੀਂਦ ਦੀ ਗੱਲ ਕੀਤੀ ਹੈ ਇਹ ਵੈਸੇ ਬਹੁਤ ਉੱਚੀ ਅਵਸਥਾ ਦੀ ਗੱਲ ਹੈ, ਜਿਹਦੇ ਵਿੱਚ ਨੀਂਦ ਅਤੇ ਭੁੱਖ ਦੋਵੇਂ ਹੀ ਅਭਾਵ ਹੋ ਜਾਂਦੀਆਂ ਨੇ। ਪ੍ਰਤੱਖ ਵੀ ਨੀਂਦ ਅਤੇ ਭੁੱਖ ਚਲੀ ਜਾਂਦੀ ਹੈ, ਪਰ ਅਸਲ 'ਚ ਇਹ ਗਿਆਨ ਦੀ ਸਮਾਧੀ ਵਾਲੀ ਨੀਂਦ ਤੋ ਇਹਦੇ ਵਿੱਚ ਕਦੀ ਵੀ ਆਲਸ ਨਹੀਂ ਆਉਂਦਾ, ਕਦੀ ਪ੍ਰਮਾਦੀ ਹੋ ਕੇ ਵਿਸ਼ੇ ਵਿਕਾਰਾਂ ਵਿੱਚ ਗੁਰੂ ਉਪਦੇਸ਼ ਨੂੰ ਕਮਾਉਣ ਨੂੰ ਵਸਾਉਂਦਾ ਨਹੀਂ। ਮੋਹ ਮਾਇਆ ਵਿਦਿਆ ਵਿੱਚ ਲੀਨ ਨਹੀਂ ਹੁੰਦੀ ਹੈ। ਬਿਰਤੀ ਹਮੇਸ਼ਾ ਗਿਆਨ ਦੀ ਸਮਾਧੀ ਵਿੱਚ ਜੁੜੀ ਰਹਿੰਦੀ ਹੈ। ਤੋ ਅੱਗੇ ਦੱਸਦੇ ਨੇ, ਤੀਨ ਤੇ ਲੋਕ ਸਮਾਦ ਬਲੋਵੈ। 3 ਗੁਣ ਰਜੋ ਤਮੋ ਸਤੋ ਅਤੇ 3 ਲੋਕ ਦੇਵ ਲੋਕ, ਮਾਤ ਲੋਕ, ਪਤਾਲ ਲੋਕ, ਜਾਂ ਤਿੰਨੇ ਤਿਲਕਾਂ ਕਰਤਾ ਕਰਮ ਕਿਰਿਆ, ਤਿੰਨੇ ਧਿਆਤਾ ਧਿਆਨ ਦੇ, ਜਾਂ ਤਿੰਨੇ ਗਿਆਤਾ ਗਿਆਨਗੇ, ਤਿੰਨੇ ਪਰਮਾਤਾ ਪਰਮਾਨ ਪਰਮੇ, ਜਾਂ ਜੋ 3 ਲੋਕਾਂ ਤੋਂ ਤੇ ਲੋਕ ਤਿੰਨੇ ਜਾਗਰਤ ਸੁਪਨ ਸੁਖੋਪਤ ਦਾ ਜੋ ਲੋਕ ਪ੍ਰਕਾਸ਼ ਰੂਪ ਹੈ, ਉਸ ਵਿੱਚ ਨਿਰਵਿਕਲਪ ਸਮਾਧੀ ਲਾ ਕੇ ਇਹਨਾਂ ਦਾ ਪਲੋਵੈ ਅਲੋਪ ਅਭਾਵ ਕਰ ਦੇਵੇ। ਬੀਜ ਮੰਤਰ ਲੈ ਹਿਰਦੈ ਰਹਿ। ਜੋ ਸਭ ਮੰਤਰਾਂ ਦਾ ਮੂਲ ਹੈ, ਸਤਿਨਾਮ ਰੂਪ ਬੀਜ ਮੰਤਰ ਲੈ ਕੇ ਆਪਣੇ ਹਿਰਦੇ ਵਿੱਚ ਹਰ ਵਕਤ ਜਪਦਾ ਰਹਿੰਦਾ ਹੈ। ਅਤੇ ਮਨੁ ਆਇਓ ਲਟਾ ਸੁਨ ਮਹਰਹਿ ਗਹਿ। ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਅਫੁਰ ਪਰਮੇਸ਼ਰ ਵਿੱਚ ਲਾਉਣ ਰੂਪ ਗਹਿ ਪਕੜਨਾ ਕਰਦਾ ਹੈ, ਜਾਂ ਪਰਮੇਸ਼ਰ ਵਿੱਚ ਗਹਿ ਗੁੰਥਨ ਭਾਵ ਜੋੜਨਾ ਕਰਦਾ ਹੈ। ਸੋ ਜਿਹੜਾ ਬੀਜ ਮੰਤਰ ਹੈ ਗੁਰਮਤਿ ਦੇ ਵਿੱਚ ਇੱਕ ਓਅੰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਜ ਮੰਤਰ ਮੰਨਿਆ ਗਿਆ ਹੈ। ਇੱਕ ਓਅੰਕਾਰ ਬੀਜ ਹੈ, ਜਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਹੈ। ਬੀਜ ਹੋ ਗਿਆ ਇੱਕ ਓਅੰਕਾਰ, ਬੀਜ ਮੰਤਰ ਹੋ ਗਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਾਂ ਇੱਕ ਓਅੰਕਾਰ ਨੂੰ ਬੀਜ ਮੰਤਰ ਕਹਿ ਲਈਏ, ਇੱਕੋ ਗੱਲ ਹੈ। ਗੁਰ ਪ੍ਰਸਾਦ ਤੱਕ ਮਹਾਮੰਤਰ ਜੋ ਅਕਾਲ ਪੁਰਖ ਦੇ ਚਰਨਾਂ ਵਿੱਚੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਪ੍ਰਾਪਤ ਹੋਇਆ ਸੀ, ਅਤੇ ਨਾਨਕ ਹੋਸੀ ਵੀ ਸੱਚ ਤੱਕ ਹੋ ਗਿਆ ਮਾਲਾ ਮੰਤਰ, ਅਤੇ ਕੀਤੀ ਛੁੱਟੀ ਨਾਲ ਤੱਕ ਨਾਨਕ ਹੋਸੀ ਵੀ ਸੱਚ ਤੱਕ ਹੋ ਗਿਆ ਮੂਲ ਮੰਤਰ, ਮੁੱਢਲਾ ਮੰਤਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਮੋਹਰ ਲਾ ਕੇ ਬਖਸ਼ਿਆ ਹੈ। ਕੀਤੀ ਛੁੱਟੀ ਨਾਲ ਤੱਕ ਹੋ ਗਿਆ ਮਾਲਾ ਮੰਤਰ, ਅਤੇ ਵਾਹਿਗੁਰੂ ਹੋ ਗਿਆ ਗੁਰ ਮੰਤਰ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਵਾਹਿਗੁਰੂ 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 ਵਾਹਿ ਜੀਓ। ਜਾਂ ਸਾਰੀ ਗੁਰਬਾਣੀਓ ਹੀ
ਗੁਰ ਮੰਤਰ ਜਾਂ ਬੀਜ ਮੰਤਰ ਕਹਿ ਲਓ। ਇਸ ਤਰ੍ਹਾਂ ਜੋ ਸਤਿਨਾਮ ਵਾਹਿਗੁਰੂ ਇਹ ਬੀਜ ਮੰਤਰ ਲੈ ਕੇ ਆਪਣੇ ਹਿਰਦੇ ਵਿੱਚ ਹਰ ਵਕਤ ਜੋ ਜਪਦਾ ਹੈ, ਆਪਦੇ ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਅਫੁਰ ਰੂਪ ਪਰਮੇਸ਼ਰ 'ਚ ਲਾਉਣ ਰੂਪ ਫੜ ਕੇ ਰੱਖਦਾ ਹੈ। ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਤੰਭਨ। ਜਾਗਤ ਰਹਿ ਨਾਇਲਿਆ ਭਾਖੈ। ਹਰ ਵਕਤ ਗਿਆਨ ਅਵਸਥਾ ਵਿੱਚ ਜਾਗਦਾ ਰਹਿਣਾ ਕਰੇ, ਤਾਂ ਕਿ ਅਲੀਆ ਇੰਦਰੀਆਂ ਵਿਸ਼ਿਆਂ ਵੱਲ ਨਾ ਭਖਣ, ਭਾਵ ਇੰਦਰੀਆਂ ਕਦੇ ਵਿਸ਼ਿਆਂ ਦੇ ਪਰਾਏ ਨਾ ਹੋਣ। ਪਾਂਚੋ ਇੰਦਰੀ ਬਸ ਕਰ ਰਾਖੈ। ਪੰਜੇ ਕਰਮ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਰੱਖੇ, ਭਾਵ ਹੱਥਾਂ ਦੇ ਨਾਲ ਚੋਰੀ ਨਾ ਕਰੇ, ਪੈਰਾਂ ਦੇ ਨਾਲ ਕੋਈ ਸੰਗਤ ਵਿੱਚ ਨਾ ਜਾਵੇ, ਰਸਨਾ ਨਾਲ ਝੂਠ ਨਾ ਬੋਲੇ ਇਤਿਆਦਿਕ। ਪਾਂਚੋ ਇੰਦਰੀ ਬਸ ਕਰ ਰਾਖੈ। ਜਿਹੜੀਆਂ ਪੰਜ ਇੰਦਰੀਆਂ ਨੇ ਇਹਨੂੰ ਵਸ ਕਰਕੇ ਰੱਖਣਾ ਗਰੇ, ਕਾਬੂ 'ਚ ਰੱਖਣਾ ਗਰੇ, ਚੋਰੀ ਯਾਰੀ ਅਤੇ ਕੁਸੰਗਤ ਵੱਲ ਜਾਣ ਤੋਂ ਰੋਕੇ। ਗੁਰ ਕੀ ਸਾਖੀ ਰਾਖੈ ਚੀਤਾ। ਗੁਰੂ ਮਹਾਰਾਜ ਸਾਹਿਬ ਜੀ ਦੀ ਨਾਮ ਅੰਮ੍ਰਿਤ ਦੀ ਜੋ ਸਾਖੀ ਸਿੱਖਿਆ ਹੈ, ਇਹਨੂੰ ਹਰ ਵਕਤ ਚਿੱਤ ਵਿੱਚ ਵਸਾ ਕੇ ਰੱਖਣਾ ਗਰੇ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤਾ। ਕ੍ਰਿਸ਼ਨ ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣਾ ਮਨ ਅਤੇ ਤਨ ਅਰਪਣ ਕਰੇ। ਹਰ ਪਲਵ ਸਾਖਾਂ ਵਿਚਾਰੇ। ਸੋ ਪਲਵ ਨਾਮ ਹੈ ਜਹਾਜ਼ ਰੂਪ, ਜੋ ਗੁਰੂ ਸਾਹਿਬ ਜੀ ਦੀ ਸਾਖਾ ਸਿੱਖਿਆ ਦੀ ਵਿਚਾਰ ਕਰਨੀ ਹੈ, ਇਸ ਨੂੰ ਪਲਵ ਜਹਾਜ਼ ਰੂਪ ਬਣਾਉਣਾ ਕਰੇ। ਆਪਣਾ ਜਨਮ ਨ ਜੂਐ ਹਾਰੇ। ਤਦ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਈਦਾ। ਆਪਣਾ ਮਨੁੱਖਾ ਜਨਮ ਵਿਸ਼ਿਆਂ ਰੂਪ ਜੂਏ ਦੇ ਵਿੱਚ ਨਾ ਹਾਰੇ। ਆਸਰ ਨਦੀ ਕਾ ਬੰਦਾ ਮੂਲ। ਆਸਰੀ ਸੰਪਦਾ ਰੂਪ ਨਦੀ ਦਾ ਮੁੱਢ ਜਾਂ ਕਾਰਨ ਰੂਪ ਜੋ ਗਿਆਨ ਹੈ, ਇਸ ਨੂੰ ਦੇਵੀ ਸੰਪਦਾ ਦੇ ਨਾਲ ਬੰਨਣਾ ਕਰੇ, ਰੋਕਣਾ ਕਰੇ। ਇਸੇ ਪ੍ਰਕਾਰ ਆਸਰ ਨਦੀ ਕਾ ਬੰਦਾ ਮੂਲ। ਜੋ ਕੁਸੰਗਤ ਰੂਪ ਆਸੁਰੀ ਸੰਪਦਾ ਦੀ ਨਦੀ ਹੈ, ਇਹਨੂੰ ਮੁੱਢ ਭਾਵ ਜਨਮ ਤੋਂ ਲੈ ਕੇ ਬੰਨਣਾ ਕਰੇ, ਰੋਕਣਾ ਕਰੇ, ਭਾਵ ਕਦੇ ਵੀ ਕੋਈ ਸੰਗਤ ਨਾ ਕਰੇ। ਪਛਮ ਫੇਰ ਚੜਾਵਹ ਸੂਰਾ। ਜਿਹੜਾ ਕੋਈ ਸੰਗਤ ਕਰਨ ਵੱਲੋਂ ਪੱਛਮ ਪਿੱਛੇ ਹਟਣਾ ਹੈ, ਜਾਂ ਸੰਸਾਰ ਵੱਲੋਂ ਪਿੱਛੇ ਹਟਾ ਕੇ ਮਨ ਨੂੰ ਵਾਹਿਗੁਰੂ ਵੱਲ ਫੇਰ ਕੇ ਗਿਆਨ ਰੂਪ ਸੂਰਜ ਵਿੱਚ ਬਿਰਤੀ ਨੂੰ ਚੜਾਉਣਾ ਕਰੇ। ਹਾਜ਼ਰ ਜਰੈ ਸੋ ਨਿਜਰ ਚਰੈ। ਜੋ ਅਜਰ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿਕਾਂ ਨੂੰ ਸਾਮਦਮ ਸਾਧਨਾਂ ਦੇ ਨਾਲ ਜਰਾ ਸਾੜ ਨਾ ਕਰੇ, ਰੋਕਣਾ ਕਰਦਾ ਹੈ। ਸੋ ਉਹਦੇ ਅੰਦਰ ਨਿਜਰ ਚਰੈ ਇੱਕ ਰਸ ਨਾਮ ਰੂਪੀ ਝਰਨ ਲੱਗ ਜਾਂਦਾ ਹੈ, ਭਾਵ ਅਜਪਾ ਜਾਪ ਬਾਣੀ ਦਾ ਪ੍ਰਵਾਹ ਚੱਲਣ ਲੱਗ ਜਾਂਦਾ ਹੈ। ਜਗਨ ਨਾਸੋਂ ਗੋਸਟ ਕਰੈ। ਫਿਰ ਸਤ ਸੰਗਤ ਦੇ ਵਿੱਚੋਂ ਪ੍ਰਗਟ ਹੋਣ ਵਾਲੇ ਪਰਮੇਸ਼ਰ ਦੇ ਨਾਲ ਗੋਸ਼ਟ ਚਰਚਾ ਕਰਦਾ ਹੈ, ਜਾਂ ਪਿਆਰੀ ਬਾਣੀ ਦੇ ਨਾਲ ਬਚਨ ਵਿਲਾਸ ਕਰਦਾ ਹੈ। ਅਰਥਾਤ ਜਿਵੇਂ ਪਿੱਛੇ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਆਪਣੇ ਭਗਤਾਂ ਨੂੰ ਬਚਨ ਵਿਲਾਸ ਕਰਦਾ ਸੀ, ਭਗਤ ਧੰਨੇ ਦੇ ਨਾਲ ਬਚਨ ਵਿਲਾਸ ਕੀਤੇ। ਧੰਨਾ ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਵਾਹਿਗੁਰੂ ਜੀ ਦੇ ਕਹਿਣ ਤੋਂ ਹੀ ਧੰਨੇ ਨੇ ਯਾਰਤਾ ਉਚਾਰਿਆ ਸੀ। ਫਿਰ ਤਿਰਲੋਚਨ ਬ੍ਰਾਹਮਣ ਦੇ ਘਰ, ਭਗਤ ਜੀ ਦੇ ਘਰ ਜੋ ਬ੍ਰਾਹਮਣ ਜਾਤ ਦੇ ਸੀ, ਉਹਨਾਂ ਦੇ ਘਰ 13 ਦਿਨ ਵਾਹਿਗੁਰੂ ਅੰਤਰਜਾਮੀ ਨਾਮ ਰਖਾ ਕੇ ਰਹੇ। ਭਗਤ ਨਾਮਦੇਵ ਜੀ ਨੂੰ ਭਗਤ ਮਾਲ ਗ੍ਰੰਥ ਮੁਤਾਬਕ 72 ਵਾਰ ਦਰਸ਼ਨ ਹੋਏ, ਜਾਂ
ਨਾਮਦੇਵ ਹਰਿ ਜੀ ਵਸੈ ਸੰਗ, ਹਰ ਵਕਤ ਨਾਮਦੇਵ ਜੀ ਨਾਲ ਰਹਿੰਦੇ ਸਨ। ਵਾਹਿਗੁਰੂ ਹਮੇਸ਼ਾ ਸਦਾ ਅੰਗ ਸੰਗੀ ਅਭੰਗੰ ਵਿਭੂਤੇ। ਅਤੇ ਭਗਤ ਕਬੀਰ ਸਾਹਿਬ ਜੀ ਦੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋਈ। ਇਉਂ ਭਗਤਾਂ ਦੇ ਨਾਲ ਜਿਵੇਂ ਬਚਨ ਦਾਸ ਵਾਹਿਗੁਰੂ ਕਰਦਾ ਸੀ ਪਿੱਛੇ ਸਰਗੁਣ ਸਰੂਪ ਧਾਰ ਕੇ, ਇਉਂ ਸਤ ਸੰਗਤ ਦੇ ਪ੍ਰਤਾਪ ਸਦਕਾ ਪਰਮੇਸ਼ਰ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਦੇ ਰਹਿ, ਆਪਣੇ ਭਗਤਾਂ ਦੇ ਵਸ ਹੋ ਕੇ ਬਚਨ ਵਿਲਾਸ ਵੀ ਕਰਦਾ ਔਰ ਭਗਤਾਂ ਦੇ ਸਾਰੇ ਕਾਰਜ ਵੀ ਕਰਦਾ ਹੈ। ਜਾਓ ਮੁਖ ਦੀਵਾ ਜੋਤ ਦੁਆਰ, ਚਾਰ ਮੂੰਹਾਂ ਵਾਲੇ ਦੀਵੇ ਵਾਂਗ ਸਤਸੰਗਤ ਰੂਪ ਦੁਆਰੇ ਵਿੱਚ ਗਿਆਨ ਦਾ ਪ੍ਰਕਾਸ਼ ਹੈ। ਇਸੇ ਪ੍ਰਕਾਰ ਚੌਮੁਖ ਦੀਵਾ ਜੋਤ ਦੁਆਰ, ਮਨ ਬੁੱਧ ਚਿੱਤ ਤੇ ਅਹੰਕਾਰ, ਇਹ ਚਾਰ ਮੂੰਹਾਂ ਦੀਵਾ ਹੈ। ਵੈਰਾਗ ਵਿਵੇਕ ਖੜ ਸਮਝੀ ਮੋਖ ਇੱਛਾ ਰੂਪ ਚਾਰ ਬੱਤੀਆਂ ਨੇ। ਸ਼ਰਵਣ ਮੰਨਨ ਨਿਧਿਆਸਨ ਤਤਵੰਗ ਦਾ ਸ਼ਿਸ਼ੋਧ ਰੂਪ ਬੱਤੀਆਂ ਨੂੰ ਜੋਤੀ ਲਾਈ ਹੋਈ ਹੈ। ਅਤੇ ਜੋ ਸਤਸੰਗਤ ਰੂਪ ਦੁਆਰ ਦਰਵਾਜ਼ਾ ਹੈ, ਇਹਦੇ ਵਿੱਚ ਜੋਤ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ। ਪਲੂ ਅਨੰਤ ਮੂਲ ਵਿਚਕਾਰ, ਪੰਜਾਂ ਕੋਸ਼ਾਂ ਰੂਪ ਪੱਲੂ ਪੱਤਰਿਆਂ ਦੀ ਵਿਚਾਰ ਨੂੰ ਅਨੰਤ ਲਾਂਭੇ ਕਰਕੇ ਮੂਲ ਮੁੱਢ ਕਾਰਨ ਰੂਪ ਚੇਤਨ ਸਰੂਪ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਨੂੰ ਟਿਕਾਉਣਾ ਕਰੇ। ਇਹੀ ਸਤਸੰਗਤ ਵਿੱਚੋਂ ਲਾਭ ਪ੍ਰਾਪਤ ਕਰੇ। ਸਰਬ ਕਲਾ ਲੈ ਆਪੇ ਰਹੈ, ਸਾਰੀਆਂ ਸ਼ਕਤੀਆਂ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਸਥਿਤ ਰਹਿਣਾ ਕਰੇ। ਅਤੇ ਮਨ ਮਾਨਕ ਰਤਨ ਮਹਿਗੋ ਹੈ, ਮਨ ਨੂੰ ਮਾਨਕਵਤ ਸ਼ੁੱਧ ਕਰਕੇ ਰਤਨਾ ਭਾਵ ਵੈਰਾਗ ਆਦਿਕ ਸ਼ੁਭ ਗੁਣਾ ਰੂਪ ਰਤਨਾਂ ਵਿੱਚ ਗੁੰਦ ਕੇ ਰੱਖਣਾ ਕਰੇ। ਮਸਤਕ ਪਦਮ ਦੁਆਲ ਮਣੀ, ਜਿਸ ਮਸਤਕ ਸ਼੍ਰੋਮਣੀ ਸਤਸੰਗਤ ਰੂਪ ਪਦਮ ਕਵਲ ਫੁੱਲ ਦੇ ਆਲੇ ਦੁਆਲੇ ਕਰੁਣਾ ਮੁਦਤਾ ਮੈਤਰੀ ਰੂਪ ਮਣੀਆਂ ਹਨ। ਮਾਹੇ ਨਿਰੰਜਨ ਤ੍ਰਿਭਵਨ ਧਨੀ, ਉਸ ਸਤਸੰਗਤ ਦੇ ਵਿੱਚ ਤਿੰਨਾਂ ਭਵਨਾਂ ਦਾ ਮਾਲਕ ਨਿਰੰਜਨ ਮਾਇਆ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਪਰਮੇਸ਼ਰ ਖੁਦ ਹੀ ਆਪ ਵਸਦਾ ਹੈ। ਪੰਜ ਸ਼ਬਦ ਨਿਰਮਾਇਲ ਬਾਜੇ, ਉੱਥੇ ਪੰਜ ਆਵਾਜ਼ਾਂ ਪੰਜ ਸਾਜ਼ਾਂ ਦੀਆਂ ਆ ਰਹੀਆਂ ਨੇ। ਸਤਸੰਗਤ ਦੇ ਵਿੱਚ ਸਰੰਦਾ ਵੱਜਦਾ ਹੈ। ਜਿਹੜਾ ਰਬਾਬ ਹੈ, ਰਬਾਬ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਾਜ਼ ਹੈ। ਇਸ ਦੀ ਕਾਢ ਸਤਿਗੁਰੂ ਨਾਨਕ ਦੇਵ ਜੀ ਨੇ ਕੱਢੀ ਤੇ ਰਬਾਬ ਦੀ ਤੰਦੀ ਤੇ ਮਹਾਰਾਜ ਨੇ ਗੁਰਬਾਣੀ ਨੂੰ ਗਾਇਆ। ਅਰੇ ਸਵਰਗਾਂ ਦੇ ਦੇਵਤਿਆਂ ਨੇ ਜਿਹੜਾ ਫਰਿੰਦਾ ਰਬਾਬੀ ਸੀ ਉਹਦੇ ਰਾਹੀਂ ਗੁਰੂ ਸਾਹਿਬ ਜੀ ਨੂੰ ਬਿਨਾਂ ਪੈਸੇ ਤੋਂ ਭੇਟਾ ਕੀਤਾ। 7.5 ਰੁਪਈਏ ਮਰਦਾਨੇ ਨੇ ਦਿੱਤੇ ਬੇਬੇ ਨਾਨਕੀ ਕੋਲ ਲੈ ਕੇ, ਪਰ ਉਹ ਖੁਦ ਆਪ ਪਿਆਰ ਨਾਲ ਭੇਟਾ ਕਰਨ ਲਈ ਆਇਆ। ਕਿਉਂ ਸਾਰੀ ਉਮਰ ਮਰਦਾਨੇ ਨੇ ਰਬਾਬ ਵਜਾਇਆ ਜਿਸ ਦਾ ਗੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਸੀ। ਅਤੇ ਉਸ ਰਬਾਬ ਦੀ ਤੰਦੀ 'ਤੇ ਮਹਾਰਾਜ ਨੇ ਕੀਰਤਨ ਗਾਇਆ। ਗੁਰਬਾਣੀ ਦਾ ਕੀਰਤਨ ਜੋ ਗੁਰਦੁਆਰੇ ਸਾਹਿਬ ਹੁੰਦਾ ਹੈ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਸਾਹਿਬ ਨੇ ਉਚਾਰੀ ਹੈ। ਇਹਦੇ 'ਚ ਅੱਧਾ ਹਿੱਸਾ ਬੀਬੀਆਂ ਦਾ ਹੈ, ਕਿਉਂਕਿ ਬੇਬੇ ਨਾਨਕੀ ਦੇ ਘਰੋਂ ਕਿਰਤ ਕਮਾਈ ਦੀ ਮਾਇਆ ਲਈ ਸੀਗੀ 7.5 ਰੁਪਈਏ। ਦੌਲਤ ਖਾਂ ਨਵਾਬ ਦੀ ਕਮਾਈ ਸੀਗੀ, ਗੁਰੂ ਸਾਹਿਬ ਦੀ ਆਪਣੀ। ਮਹਾਰਾਜ ਕਹਿੰਦੇ ਵੀ ਇਹ ਤੁਰਕਾਂ ਮੁਸਲਮਾਨਾਂ ਤੋਂ ਨਹੀਂ ਆਪਾਂ ਮੰਗਣੀ, ਆਪਾਂ ਭੈਣ ਜੀ ਕੋਲ ਲੈ ਕੇ ਆਉਣੀ ਹੈ। ਸੱਚੀ ਸੁੱਚੀ ਕਮਾਈ ਦੇ ਨਾਲ ਕੀਰਤਨ ਦਾ ਸਾਜ਼ ਲਿਆਉਣਾ ਹੈ। ਇਹ ਉਹਦੇ ਬਾਪ ਨਾਲ ਕੀਰਤਨ ਗਾਉਂਦੇ ਰਹੇ। ਜਿਹੜਾ ਸਰੰਦਾ ਸੀ, ਸਰੰਦਾ ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਕਾਢ ਕੱਢੀ। ਸਰੰਦਾ ਜਿਹੜਾ ਸਾਜ਼ ਹੈ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੈ। ਅਤੇ ਜਦੋਂ ਸੱਤਾ ਬਲਵੰਡਾ ਗੁੱਸੇ ਹੋ ਗਏ, ਗੁਰੂ ਸਾਹਿਬ ਆਪ ਬੜਾ ਸੋਹਣਾ ਸਰੰਦਾ ਵਜਾਉਂਦੇ ਸੀ। ਉਹ ਫਿਰ ਮਹਾਰਾਜ ਨੇ ਆਪ ਕੀਰਤਨ ਕੀਤਾ ਸੀ ਹਰਿਮੰਦਰ ਸਾਹਿਬ। ਅਤੇ ਬਾਬੇ ਬੁੱਢੇ ਨੂੰ ਆਖਿਆ ਤੂੰ ਤਊਸ ਫੜ। ਬਾਬਾ ਜੀ ਕਹਿੰਦਾ ਮੈਂ ਤਾਂ ਹਲ ਵਾਉਂਦਾ ਰਿਹਾ ਸਾਰੀ ਉਮਰ।
ਵੀ ਤੌਸ ਫੜਨਾ ਕਿਵੇਂ ਆ, ਮੈਨੂੰ ਤਾਂ ਇੰਨਾ ਵੀ ਨਹੀਂ ਪਤਾ। ਮਰ ਕਹਿੰਦਾ ਵੇਖ ਇੰਝ ਫੜ, ਤੇ ਇਸ ਤਰ੍ਹਾਂ ਉਂਗਲਾਂ ਮਾਰਨੀਆਂ ਨੇ। ਤੌਸ ਬਾਬੇ ਬੁੱਢੇ ਨੂੰ ਫੜਾਇਆ। ਭਾਈ ਗੁਰਦਾਸ ਨੂੰ ਆਖਿਆ ਤੂੰ ਫੜ ਜੋੜੀ ਵਜਾ। ਸੰਗਤਾਂ ਨੂੰ ਆਖਿਆ ਵੀ ਫੜ ਲਓ ਜੋ ਕੁਝ ਹੱਥੀਂ ਆਉਂਦਾ। ਕਿਸੇ ਨੇ ਟੱਲੀਆਂ ਫੜ ਲਈਆਂ, ਕਿਸੇ ਨੇ ਛਾਣੇ ਫੜ ਲਏ। ਇਹੋ ਜਿਹਾ ਕੀਰਤਨ ਹੋਇਆ ਵੀ ਦੇਵਤੇ ਵੀ ਸੁਣਨ ਵਾਸਤੇ ਆਏ, ਅੰਮ੍ਰਿਤ ਰਸ ਚਰਿਆ। ਸਾਧ ਸੰਗਤ ਜੀ ਉਸ ਦਿਨ ਤੋਂ ਬਾਅਦ ਮਨ ਨੇ ਵਰ ਦਿੱਤਾ ਕਿ ਸਤ ਸੰਗਤ ਖੁਦ ਆਪ ਹੀ ਕੀਰਤਨ ਕਰਿਆ ਕਰੂਗੀ, ਇਹਨਾਂ ਮਰਾਸੀਆਂ ਨੂੰ ਕੋਈ ਮੂੰਹ ਨਹੀਂ ਲਾਊਗਾ। ਹਾਂ ਠੀਕ ਹੈ, ਆਪਦੀ ਲੋੜ ਨੂੰ ਆਉਣ ਜੀ ਆਇਆ। ਉਹ ਵੀ ਕੋਈ ਤੰਬਾਕੂ ਬੀੜੀ ਵਾਲਾ ਨਹੀਂ, ਕੋਈ ਕੇਸ ਕੱਟੇ ਵਾਲਾ ਨਹੀਂ। ਜੇ ਕੋਈ ਕਹੇ ਵੀ ਮੈਂ ਮਰਦਾਨੇ ਦੀ ਕੁਲ ਚੋਂ, ਮਰਦਾਨਾ ਗੁਰਮੁਖ ਸੀਗਾ। ਮਰਦਾਨੇ ਦੀ ਜਾਤ ਨਹੀਂ ਰਹੀ, ਗੁਰਦੁਆਰੇ ਆ ਕੇ ਜਾਤ ਮਿਟ ਜਾਂਦੀ ਹੈ। ਜਿਸ ਬੰਦੇ ਨੇ ਅੰਮ੍ਰਿਤ ਛਕ ਲਿਆ, ਗਾਤਰਾ ਪਾ ਲਿਆ, ਉਹਦੀ ਜਾਤ ਕਿੱਥੇ ਰਹਿ ਗਈ? ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਮਰਾਸੀ ਨਹੀਂ ਰਿਹਾ ਜਾਂ ਮੁਸਲਮਾਨ ਨਹੀਂ ਰਿਹਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕਰਨ ਤੋਂ ਉਹ ਗੁਰੂ ਦਾ ਸਿੱਖ ਬਣ ਗਿਆ। ਜੇ ਕੋਈ ਕਹੇ ਵੀ ਮੈਂ ਮਰਾਸੀਆਂ ਦੇ ਕੁਲ 'ਚੋਂ ਆ ਜਾਂ ਮੈਂ ਮੁਸਲਮਾਨ, ਮੈਂ ਮਰਦਾਨੇ ਦੀ ਕੁਲ 'ਚੋਂ ਆ ਜੀ, ਮੈਨੂੰ ਟਾਈਮ ਦਿਓ, ਇਹ ਨਹੀਂ ਟਾਈਮ ਨੂੰ ਮਿਲਦਾ। ਕੇਸ ਰੱਖਣੇ ਪੈਂਦੇ ਨੇ, ਤੰਬਾਕੂ ਬੀੜੀ ਛੱਡਣਾ ਪੈਂਦਾ। ਫਿਰ ਅੰਮ੍ਰਿਤਧਾਰੀ ਗੁਰਸਿੱਖ ਹੀ ਸਟੇਜ ਉੱਪਰ ਕੀਰਤਨ ਕਰਦੇ ਸੋਹਣੇ ਲੱਗਦੇ ਨੇ। ਤੋ ਜਿਹੜੇ ਮੱਥਾ ਵੀ ਨਾ ਟੇਕਣ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਮੁਸਲਮਾਨ ਇੰਨੇ ਕੱਟੜ ਹੁੰਦੇ ਨੇ, ਨਾ ਤੋਂ ਕੜਾਹ ਪ੍ਰਸ਼ਾਦ ਲੈਣਗੇ। ਕਦੇ ਵੇਖ ਲਿਓ, ਕੱਟੜ ਮੁਸਲਮਾਨ ਪ੍ਰਸ਼ਾਦ ਨਹੀਂ ਛਕਣਗੇ ਗੁਰਦੁਆਰੇ ਦਾ, ਨਾ ਗੁਰਦੁਆਰੇ ਦਾ ਲੰਗਰ ਛਕਣਗੇ, ਨਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ। ਇੱਥੋਂ ਤੱਕ ਵੀ ਕੀਰਤਨ ਵੀ ਕਰਨਗੇ, ਕੀਰਤਨ ਵਾਲੇ ਵੀ ਮੱਥਾ ਨਹੀਂ ਟੇਕਣਗੇ। ਇਹ ਵੀ ਸੁਣਨ 'ਚ ਆਇਆ। ਇਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਜਿਹੜਾ ਗੁਰੂ ਘਰ ਦੇ ਵਿੱਚ ਸਰੰਦਾ ਮਹਾਰਾਜ ਨੇ ਵਜਾਇਆ, ਰਬਾਬ ਵਜਾਈ ਹੈ, ਤੇ ਢੋਲਕੀ ਵਜਾਈ ਹੈ, ਮਿਰਦੰਗ ਵਜਾਈ ਹੈ। ਪਹਿਲਾਂ ਜਿਹੜੀ ਜੋੜੀ ਸੀ, ਜੋੜੀ ਇਹ ਮਿਰਦੰਗ ਹੁੰਦੀ ਸੀ, ਢੋਲਕ ਦੀ ਤਰ੍ਹਾਂ ਇਕੱਠੀ ਹੁੰਦੀ ਸੀ। ਤੇ ਰਾਗੀ ਸਿੰਘਾਂ ਨੇ ਆਪਦੀ ਸਹੂਲਤ ਵਾਸਤੇ ਵਿੱਚੋਂ ਕੱਟ ਕੇ ਇਹਦੇ ਦੋ ਹਿੱਸੇ ਬਣਾ ਦਿੱਤੇ। ਉਹ ਸਾਹਮਣੇ ਸੌਖੇ ਨੇ, ਉਹਨੂੰ ਜੋੜੀ ਕਹਿੰਦੇ ਨੇ, ਤਬਲਾ ਕਹਿੰਦੇ ਨੇ, ਹੈ ਮਿਰਦੰਗ ਹੀ। ਤੋ ਇਸ ਤਰ੍ਹਾਂ ਸਿਤਾਰ ਹੈ, ਤੰਤੀ ਸਾਜ਼। ਅੱਜ ਕੱਲ੍ਹ ਹਰਿਮੰਦਰ ਸਾਹਿਬ ਦੇ ਵਿੱਚ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ। ਇਤਿਆਦਿਕ ਸਰੰਦਾ, ਜੋੜੀ, ਤਬਲਾ, ਢੋਲਕੀ, ਰਬਾਬ ਅਤੇ ਸਿਤਾਰ, ਇਹ ਪੰਜ ਸ਼ਬਦ, ਪੰਜ ਆਵਾਜ਼ਾਂ ਉਜਲ ਪਰਮੇਸ਼ਰ ਦੇ ਜਸ ਦੇ ਸਤ ਸੰਗਤ ਵਿੱਚ ਵਾਜੇ ਵੱਜਦੇ ਹਨ। ਇਸੇ ਪ੍ਰਕਾਰ ਪੰਜ ਸ਼ਬਦ ਨਿਰਮਾਇਲ ਬਾਜੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਪੰਜ ਸ਼ਬਦ ਜਿਹੜੇ ਪੰਜ ਮੰਤਰ ਨੇ। ਪਹਿਲਾ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ, ਮਹਾ ਮੰਤਰ ਗੁਰ ਪ੍ਰਸਾਦ ਤੱਕ 2, ਤੇ ਇੱਕ ਓੰਕਾਰ ਬੀਜ ਮੰਤਰ, ਤੇ ਜਪਜੀ ਸਾਹਿਬ ਮਾਲਾ ਮੰਤਰ 4, ਤੇ ਗੁਰ ਮੰਤਰ ਵਾਹਿਗੁਰੂ। ਇਹ ਪੰਜ ਸ਼ਬਦ ਨਿਰਮਾਇਲ ਜਿਹੜੇ ਉਜਲ ਹਨ, ਇਹ ਸਾਧ ਸੰਗਤ ਦੇ ਵਿੱਚ ਵੱਜ ਰਹੇ ਨੇ। ਮਤਲਬ ਕੋਈ ਤਾਂ ਮੂਲ ਮੰਤਰ ਦਾ ਪਾਠ ਪੜ੍ਹ ਰਿਹਾ, ਮਾਲਾ ਫੇਰ ਰਿਹਾ ਮੂਲ ਮੰਤਰ ਦੀਆਂ, ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ, ਤੇ ਕੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਕੋਈ ਜਪਜੀ ਸਾਹਿਬ ਦੇ ਪਾਠ ਹੀ ਕਰੀ ਜਾ ਰਿਹਾ, ਜਾਂ ਗੁਰ ਮੰਤਰ। ਸਾਰੀ ਬਾਣੀ ਹੀ ਗੁਰ ਮੰਤਰ ਹੈ। ਕੋਈ ਸਹਿਜ ਪਾਠ ਹੀ ਕਰੀ ਜਾ ਰਿਹਾ, ਕੋਈ ਅਖੰਡ ਪਾਠ ਤੇ ਰੌਣਾ ਲਾਈ ਜਾ ਰਿਹਾ। ਤੇ ਇਸ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਤ ਸੰਗਤ ਦੇ ਵਿੱਚ ਪੰਜ ਸ਼ਬਦ ਜਿਹੜੇ ਉਜਲ ਨੇ, ਉਹ ਸਮਝ ਲਓ ਵੱਜ ਰਹੇ ਹਨ। ਇਹ ਨਾਲੇ ਵਾਜੇ ਵੱਜ ਰਹੇ ਨੇ, ਸਾਜ਼ ਵੱਜ ਰਹੇ ਨੇ, ਨਾਲੇ ਬਾਣੀ ਦਾ ਕੀਰਤਨ ਹੋ ਰਿਹਾ ਹੈ। ਇਸੇ ਪ੍ਰਕਾਰ ਪੰਜ ਸ਼ਬਦ ਨਿਰਮਾਇਲ ਬਾਜੇ। ਪੰਜ ਨਾਮ ਹੈ ਚੇਤਨ ਦਾ, ਸ਼ਬਦ ਨਾਮ ਹੈ ਬ੍ਰਹਮ ਦਾ। ਸ਼ਬਦ ਅਰਥ ਗੁਰਬਾਣੀ ਦੇ ਸ਼ਬਦ ਵੀ ਹੈ, ਸ਼ਬਦ ਦਾ ਅਰਥ ਆਵਾਜ਼ ਵੀ ਹੈ, ਤੇ ਸ਼ਬਦ ਅਰਥ ਬ੍ਰਹਮ ਵੀ ਹੈ। ਸਤ ਸੰਗਤ ਦੇ ਵਿੱਚ ਉਜਲ ਪੰਜ ਚੇਤਨ ਸ਼ਬਦ ਕਹੀਏ, ਬ੍ਰਹਮ ਦਾ ਜਸ ਉਚਾਰਨ ਹੋ ਰਿਹਾ ਹੈ। ਬ੍ਰਹਮ ਦੇ ਉਚਾਰਨ ਤੋਂ ਬਗੈਰ ਹੋਰ ਕੋਈ ਦੂਜੀ ਗੱਲ ਹੀ ਨਹੀਂ ਕੀਤੀ ਜਾਂਦੀ, ਕੇਵਲ ਨਾਮ ਦਾ ਕਥਨ ਹੋ ਰਿਹਾ ਹੈ। ਇੱਥੇ ਕੋਈ ਪੋਲੀਟੀਕਲ ਗੱਲ ਨਹੀਂ ਹੈ, ਕਿਤੇ ਕੋਈ ਵਿਕਾਰਾਂ ਵਾਲੇ ਬਚਨ ਨਹੀਂ ਹਨ। ਇੱਥੇ ਸਿਰਫ ਪ੍ਰੇਮ ਦੀ, ਵਾਹਿਗੁਰੂ ਨਾਲ ਮਿਲਣ ਦੀ ਕਥਾ ਹੈ। ਉਹਦੇ ਨਾਲੋਂ ਜੀਵ ਆਤਮਾ ਵਿਛੜੀ ਹੋਈ ਹੈ। ਬਿਰਹਾ ਬਿਰਹਾ ਆਖੀ ਹੈ,
ਬਿਰਹ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋਂ ਨਾ ਬੂਪਜੈ, ਸੋ ਤਨ ਜਾਣ ਮਸਾਨ। ਬਿਰਹੋਂ ਦੀ ਕਥਾ ਹੈ ਕਿ ਜੀਵਾਤਮਾ ਪਰਮਾਤਮਾ ਨਾਲੋਂ ਵਿਛੜੀ ਹੋਈ ਹੈ ਤੇ ਵਾਹਿਗੁਰੂ ਦੇ ਨਾਲ ਮਿਲਣਾ ਕਿਵੇਂ ਹੈ। ਨਾਮ ਜਪ ਕੇ, ਸੰਗਤ ਕਰਕੇ, ਸੇਵਾ ਸਿਮਰਨ ਕਰਕੇ ਇਹ ਕਥਾ ਵਿੱਚ ਹੁੰਦੀ ਹੈ ਕਿ ਕਿਵੇਂ ਅਭਿਆਸ ਕਰਨਾ, ਕਿਵੇਂ ਕਮਾਈ ਕਰਕੇ ਜੀਵਾਤਮਾ ਪਰਮਾਤਮਾ ਨਾਲ ਮਿਲ ਸਕਦੀ ਹੈ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਝੋ, ਕਿਆ ਕਰੇ ਵਿਚਾਰੀਆ। ਡਾਕਟਰ ਭਾਈ ਵੀਰ ਸਿੰਘ ਨੇ ਸਾਧ ਸੰਗਤ ਜੀਓ ਝਰਨਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ਇਸ ਲੇਖ ਹੇਠ ਕਵਿਤਾ ਲਿਖੀ ਹੈ। ਉਹ ਇੱਛਾ ਬਲ ਝਰਨੇ ਦੇ ਹੇਠਾਂ ਸ਼ਾਮਾਂ ਦੇ ਵਕਤ ਖੜੇ ਸਨ ਤੇ ਉਸ ਵਕਤ ਉਹਨਾਂ ਦਾ ਧਿਆਨ ਪ੍ਰਭੂ ਵਿੱਚ ਜੁੜ ਗਿਆ। ਜਿਹੜੇ ਕਲਾਕਾਰ ਹੁੰਦੇ ਨੇ ਉਹ ਹਰੇਕ ਚੀਜ਼ ਤੋਂ ਲੌਜਿਕ ਲੈਂਦੇ ਨੇ, ਸਿਧਾਂਤ ਲੈਂਦੇ ਨੇ, ਕੁਝ ਵੀ ਵੇਖ ਲੈਣ, ਕੁਝ ਸੁਣ ਲੈਣ, ਉਹਦੇ ਤੋਂ ਭਾਵ ਲੈਂਦੇ ਨੇ। ਝਰਨੇ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, ਜਿਵੇਂ ਬਾਬੇ ਫਰੀਦ ਨੇ ਕੋਇਲ ਨੂੰ ਮੁਖਾਤਬ ਹੋ ਕੇ ਪੁੱਛਿਆ, ਆ ਅੰਬਾਂ ਦੇ ਕੋਇਲ ਬੜਾ ਸੋਹਣਾ ਬੋਲਦੀ ਹੈ ਤੇ ਰੰਗ ਪਰ ਇਹਦਾ ਕਾਲਾ ਹੈ, ਉਹ ਰੌਲਾ ਹੀ ਪਾਈ ਜਾਏ, ਰੌਲਾ ਪਾਈ ਜਾਏ। ਫਰੀਦ ਬਾਬੇ ਨੇ ਵੇਖਿਆ ਵੀ ਕਾਲੀ ਕਲਿੱਟ ਜਿਹੀ ਇੱਕ ਚਿੜੀ ਜਿਹੀ ਰੌਲਾ ਪਾਈ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ, ਹੇ ਕੋਇਲ ਤੂੰ ਬੋਲਦੀ ਤਾਂ ਬੜਾ ਸੋਹਣਾ ਹੈ, ਪਰ ਰੰਗ ਤੇਰਾ ਕਿਉਂ ਇੰਨਾ ਸੜਿਆ ਫੂਕਿਆ ਜਿਹਾ, ਕਾਲਾ ਕਿਉਂ ਹੋਇਆ ਪਿਆ, ਦੱਸੇਂਗੀ ਮੈਨੂੰ ਭਲਾ। ਉਹਦੇ ਤੋਂ ਲੌਜਿਕ ਲਿਆ, ਸਿਧਾਂਤ ਲਿਆ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਕੋਇਲ ਨੇ ਥੋੜ੍ਹੀ ਬੋਲਣਾ ਹੋਇਆ, ਉਹ ਤਾਂ ਪੰਛੀ ਹੈ, ਉਹ ਤਾਂ ਜਾਨਵਰ ਨੂੰ ਕੀ ਪਤਾ, ਉਹ ਤਾਂ ਅੰਬਾਂ ਦੇ ਦੁਆਲੇ ਬੋਲ ਰਹੀ ਹੈ, ਉਹਦਾ ਧਿਆਨ ਤਾਂ ਅੰਬਾਂ ਦੇ ਵਿੱਚ ਹੈ। ਪਰ ਬਾਬੇ ਫਰੀਦ ਦਾ ਧਿਆਨ ਪ੍ਰਭੂ ਦੇ ਵਿੱਚ ਜੁੜ ਗਿਆ। ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਆਪਣੇ ਪ੍ਰੀਤਮ ਕਿਆ ਹੂੰ ਬਿਰਹਿ ਜਾਲੀ। ਇਹ ਬਾਬਾ ਮੈਂ ਆਪਦੇ ਪਿਆਰੇ ਦੇ ਵਿਛੋੜੇ ਵਿੱਚ ਸੜੀ ਪਈ ਹਾਂ। ਤੋ ਬਾਬੇ ਨੇ ਵੀ ਸਰੀਰ ਸੁਕਾ ਲਿਆ ਸੀਗਾ, ਨਾ ਰੋਟੀ ਨਾ ਪਾਣੀ, ਨਾ ਸੌਣਾ ਨਾ ਬਹਿਣਾ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜ ਐਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਸੁੱਤੇ ਪਏ ਰਾਤ ਨੂੰ ਪੁੰਜੇ, ਫਰੀਦਾ ਇੱਟ ਸਿਰਾਣੇ ਭੋਏ ਸਵਣ। ਪੁੰਜੇ ਹੀ ਬਰਸਾਤਾਂ ਦੇ ਵਿੱਚ ਤਾਂ 100 ਕੀੜੇ ਕਾਢੇ ਹੁੰਦੇ ਨੇ। ਕਾਵਾਂ ਨੇ ਤਾਂ ਠੂੰਗੇ ਮਾਰਨੇ ਸੀਗੇ, ਬੈਠੇ ਬੈਠੇ ਤੇ ਵਰਮੀ ਜੰਮ ਗਈ, ਮਿੱਟੀ ਜੰਮ ਗਈ, ਤੇ ਉਹ ਕਾਵਾਂ ਚਮਕੀਲੀਆਂ ਚੀਜ਼ਾਂ ਵੇਖ ਕੇ ਅੱਖਾਂ 'ਚ ਠੂੰਗੇ ਮਾਰੇ। ਫਿਰ ਬਾਬਾ ਜੀ ਵੈਰਾਗ ਦੇ ਵਿੱਚ ਬੋਲੇ ਵੀ ਉਹ ਭਲਿਆ ਲੋਕਾ, ਤੂੰ ਮਾਸ ਤਾਂ ਚੁੰਡ ਲਿਆ, ਅੱਖਾਂ ਤਾਂ ਰਹਿਣ ਦੇ, ਰੱਬ ਦੇ ਦਰਸ਼ਨ ਮੈਂ ਕਿਹਦੇ ਨਾਲ ਕਰਾਂਗਾ। ਤੋ ਇਸ ਤਰ੍ਹਾਂ ਆਸ ਲਾ ਕੇ ਬੈਠੇ ਨੇ ਵਾਹਿਗੁਰੂ ਦੀ ਪ੍ਰਾਪਤੀ ਦੀ। ਕਿੰਨਾ ਪਿਆਰ ਹੈ। ਫਰੀਦਾ ਇੱਟ ਸਿਰਾਣੇ ਭੋਏ ਸਾਹਮਣ, ਕੀੜਾ ਲੜਿਓ ਮਾਸ। ਕੀੜਾ, ਲੋਕ ਸੱਪ ਨੂੰ ਸੱਪ ਨਹੀਂ ਕਹਿੰਦੇ, ਇਹ ਨਹੀਂ ਕਹਿੰਦੇ ਸੱਪ ਆ ਗਿਆ, ਕਹਿੰਦੇ ਕੀੜਾ। ਸੱਪ ਲੜ ਗਿਆ ਨਹੀਂ ਕਹਿੰਦੇ, ਕਹਿੰਦੇ ਕੀੜਾ ਲੜ ਗਿਆ। ਕੱਖ ਲੱਗ ਗਿਆ ਨਹੀਂ ਕਹਿੰਦੇ, ਕਹਿੰਦੇ ਕੀੜਾ ਲੱਗ ਗਿਆ। ਉਹ ਸੱਪ ਨੂੰ ਕੀੜਾ ਕਹਿੰਦੇ ਨੇ। ਕੀੜਾ ਲੜਿਓ ਮਾਸ, ਸੱਪ ਨੇ ਡੰਗ ਮਾਰਿਆ ਹੋਊਗਾ, ਜਿਸ ਤੱਕ ਮੇਰਾ ਖਿਆਲ ਹੈ। ਤੇ ਕੀੜੇ ਦੀ ਦੰਦੀ ਨੂੰ ਤਾਂ ਫਰੀਦ ਦਾ ਮਾਸ ਹੀ ਇੰਨਾ ਮੋਟਾ ਹੋਇਆ ਪਿਆ ਸੀ, ਉਹਦੇ ਨਾਲ ਕਾਹਦਾ ਦਰਦ ਹੋਣਾ ਸੀਗਾ। ਉਹ ਵੈਸੇ ਕਾਲੇ ਕੀੜੇ ਵੀ ਜਿਹੜੇ ਹੁੰਦੇ ਨੇ ਟਾਹਲੀਆਂ ਥੱਲੇ, ਉਹ ਵੀ ਦੰਦੀ ਭਰ ਲੈਂਦੇ ਨੇ, ਤੇ ਇੰਨੇ ਕੱਟੜ ਹੁੰਦੇ ਉਹ ਛੱਡਦੇ ਨਹੀਂ। ਉਹਨਾਂ ਨੂੰ ਤੋੜ ਕੇ 2 ਟੋਟੇ ਕਰ ਦਿਓ, ਪਰ ਦੰਦੀ ਨਹੀਂ ਛੱਡਣਗੇ। ਇਹੋ ਜਿਹਾ ਮੋਟਾ ਕੀੜਾ ਜਾਂ ਸੱਪ ਕਹਿ ਲਓ। ਕੀੜਾ ਲੜਿਓ ਮਾਸ, ਅਜ ਐਸੋ ਰੱਬ ਨਾ ਬਹੁੜਿਓ। ਫਰੀਦਾ ਇੱਟ ਸਿਰਾਣੇ ਭੋਏ ਸਵਣ, ਕੀ ਲੜਿਓ ਮਾਸ। ਕੀਤੜਿਆਂ ਯੁੱਗ ਵਾਪਰੇ, ਇਕਤ ਭਇਆਂ ਪਾਸ। ਇੱਕੋ ਪਾਸੇ ਪਿਆ ਕਹਿੰਦੇ ਕਿੰਨੇ ਯੁੱਗ ਵਾਪਰ ਗਏ। ਇਉਂ ਫਰੀਦ ਸਾਹਿਬ ਜੀ ਦਾ ਮਨ ਵਾਹਿਗੁਰੂ ਦੇ ਵਿੱਚ ਜੁੜਿਆ ਰਿਹਾ। ਤੇ ਕੋਇਲ ਨੂੰ ਪੁੱਛਿਆ, ਉਹਦਾ ਧਿਆਨ ਤਾਂ ਅੰਬਾਂ ਵਿੱਚ ਸੀਗਾ, ਪਰ ਉਹਦੇ ਤੋਂ ਧਿਆਨ ਵਾਹਿਗੁਰੂ ਵੱਲ ਆਇਆ। ਕਹਿੰਦੇ ਵੀ ਮੈਂ ਰੱਬ ਦੇ ਵਿਛੋੜੇ ਵਿੱਚ, ਆਪਣੇ ਪਤੀ ਦੇ ਪਿਆਰ ਵਿੱਚ ਸੜੀ ਪਈ ਹਾਂ। ਤੋ ਬਾਬਾ ਫਰੀਦ ਸਾਹਿਬ ਨੇ ਵੀ ਸਰੀਰ ਸਾਧ ਸੰਗਤ ਜੀ ਸੁਕਾ ਕੇ ਰੱਬ ਦੇ ਵਿਛੋੜੇ ਵਿੱਚ, ਫਰੀਦਾ ਰੱਤੀ ਰਾਤ ਨਾ ਨਿਕਲਿਆ, ਜੀ ਤਨ ਚੀਰਿਆ ਕੋਈ ਲਹੂ ਸੁਕਾ ਲਿਆ। ਕਹਿੰਦੇ ਚੀਰ ਕੇ ਵੇਖ ਲਓ, ਖੂਨ ਨਹੀਂ ਨਿਕਲੂਗਾ। ਇਹਨਾਂ ਵੇਖੋ ਬਾਬਾ ਜੀ ਨੇ ਪਿੰਜਰ ਬਣਾ ਲਿਆ। ਫਰੀਦਾ ਰਤੀ ਰਤ ਨਾ ਨਿਕਲੇ, ਜੇ ਤਾਂ ਜੋ ਤਨ ਚੀਰੈ ਕੋਏ। ਤੇ
ਜੋ ਤਨ ਰਤੇ ਰੱਬ ਸਿਉ ਤੇ ਤਨ ਰਤ ਨਾ ਹੋਏ। ਤੋ ਇਉਂ ਬਾਬਾ ਫਰੀਦ ਸਾਹਿਬ ਜੀ ਦਾ ਮਨ ਪਿਆਰ ਵੈਰਾਗ ਦੇ ਵਿੱਚ ਰਹਿੰਦਾ ਹਮੇਸ਼ਾ ਹੀ। ਭਾਈ ਵੀਰ ਸਿੰਘ ਵੀ ਬ੍ਰਹਮ ਗਿਆਨੀ ਸਨ ਤੇ ਬੜੇ ਆਲਾ ਕਿਸਮ ਦੇ ਕਵੀ ਤੇ ਬੜੇ ਉੱਚ ਕੋਟੀ ਦੇ ਲੇਖਕ ਸਨ। ਉਹਨਾਂ ਚੰਡੀਗੜ੍ਹ ਦੇ ਵਿੱਚ ਇੱਛਾ ਬਲ ਚਰਨਾ ਤੇ ਡੂੰਘੀਆਂ ਸ਼ਾਮਾਂ ਹੇਠ ਸਰਲੇਖ ਹੇਠ ਕਵਿਤਾ ਰਚਦਿਆਂ ਸ਼ਾਮਾਂ ਦੇ ਵਕਤ ਉਹਨੂੰ ਮੁਖਾਤਬ ਹੋ ਕੇ ਪੁੱਛਿਆ ਕਿ ਇਹ ਝਰਨਿਆ, ਸਾਰੇ ਲੋਕ ਜਿੰਨੇ ਵਿਜ਼ਟਰ ਆਏ ਸੀ ਪਾਰਕ ਦੇ ਵਿੱਚ ਸਾਰੇ ਚਲੇ ਗਏ, ਪੰਛੀ ਵੀ ਚਲੇ ਗਏ, ਤੇ ਤੂੰ ਅਜੇ ਵੀ ਚੱਲੀ ਜਾ ਰਿਹਾ ਤੂੰ ਕਿਉਂ ਨਹੀਂ ਬੰਦ ਹੋਇਆ? ਉਹਨੇ ਕੀ ਜਵਾਬ ਦਿੱਤਾ? ਹੁਣ ਝਰਨੇ ਨੇ ਥੋੜ੍ਹਾ ਬੋਲਣਾ ਹੋਇਆ। ਭਾਈ ਵੀਰ ਸਿੰਘ ਨੇ ਵਾਹਿਗੁਰੂ ਦੇ ਪਿਆਰ 'ਚ ਇੱਕ ਉਪਦੇਸ਼ ਲਿਆ ਝਰਨੇ ਤੋਂ। ਉਹਦੀ ਆਵਾਜ਼ ਵਿੱਚ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਨੇਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਇਹ ਭਾਈ ਸਾਹਿਬ ਤੈਨੂੰ ਕੀ ਪਤਾ, ਤੂੰ ਤਾਂ ਸੁੱਤਾ ਰਹਿਣਾ ਰੋਟੀਆਂ ਖਾ ਕੇ। ਮੈਨੂੰ ਆਪਦੇ ਪਿਆਰੇ ਨਾਲ ਪਿਆਰ ਹੈ, ਵਿਛੋੜੇ ਦੀ ਤੜਪ ਹੈ, ਮੈਂ ਆਪਦੇ ਅਸਲੇ ਸਮੁੰਦਰ ਨਾਲੋਂ ਵਿਛੜਿਆ ਹੋਇਆ। ਸੂਰਜ ਦੀ ਤਪਸ਼ ਦੇ ਨਾਲ ਸਮੁੰਦਰ ਦਾ ਪਾਣੀ ਭਾਵ ਬਣ ਕੇ ਉੱਡ ਕੇ ਬੱਦਲ ਰੂਪ 'ਚ ਇਕੱਠਾ ਹੁੰਦਾ। ਉਹ ਫਿਰ ਬੱਦਲ ਹਵਾ ਦੇ ਨਾਲ ਮੈਦਾਨੀ ਇਲਾਕੇ ਵਿੱਚ ਆਉਂਦੇ ਨੇ। ਰੱਬ ਦੀ ਕਿਰਪਾ ਕੁਦਰਤ ਹੈ ਭਗਵਾਨ ਦੀ, ਪਹਾੜਾਂ ਨਾਲ ਟਕਰਾ ਕੇ ਤੇ ਜਿੱਥੇ ਲੋੜ ਹੁੰਦੀ ਹੈ ਉੱਥੇ ਬਾਰਿਸ਼ ਕਰਦੇ ਨੇ। ਉਹ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹੀ ਸਾਰਾ ਫਿਰ ਇਕੱਠਾ ਹੋ ਗਿਆ। ਤੇ ਉਹ ਝਰਨਾ ਵੀ ਕਹਿੰਦਾ ਮੈਂ ਸਮੁੰਦਰ ਨਾਲੋਂ ਵਿਛੜਿਆ ਹੋਇਆ, ਤੇ ਜਿੰਨਾ ਚਿਰ ਮੈਂ ਆਪਦੇ ਅਸਲੇ ਸਮੁੰਦਰ 'ਚ ਨਹੀਂ ਪੈ ਜਾਂਦਾ ਉਹਨਾਂ ਚਿਰ ਮੈਂ ਚੱਲਦਾ ਰਹੂੰ ਦਿਨੇ ਰਾਤ ਚੱਲੂੰਗਾ। ਜਿੰਨੇ ਪਹੁੰਚਣਾ ਹੋਵੇ ਮੰਜ਼ਿਲ 'ਤੇ। ਹਜ਼ੂਰ ਸਾਹਿਬ ਪਹੁੰਚਣ ਵਾਲੀ ਰੇਲ ਗੱਡੀ ਲਗਾਤਾਰ 3 ਦਿਨ ਤੇ 2 ਰਾਤਾਂ ਚੱਲਦੀ ਹੈ, ਫਿਰ ਜਾ ਕੇ ਹਜ਼ੂਰ ਸਾਹਿਬ ਉਹ ਪਹੁੰਚਾਉਂਦੀ ਹੈ। ਜੇ ਉਹ ਕਹੇ ਵੀ ਮੈਂ ਰਾਹ ਦੇ ਵਿੱਚ ਸੌਂ ਜਾਵਾਂ ਫਿਰ ਤਾਂ ਆਪਾਂ ਪਹੁੰਚ ਗਏ। ਤੇ ਇਸੇ ਤਰ੍ਹਾਂ ਜਿਹੜੇ ਹਵਾਈ ਜਹਾਜ਼ ਆਸਟ੍ਰੇਲੀਆ ਨੂੰ, ਅਮਰੀਕਾ ਨੂੰ, ਇੱਕ ਪਾਸੇ ਆਪਾਂ ਦੂਜੇ ਪਾਸੇ ਆਸਟ੍ਰੇਲੀਆ ਅਮਰੀਕਾ ਹੈ। ਤੋ ਜੇ ਉਹ ਕਹਿਣ ਵੀ ਰਾਹ ਦੇ ਵਿੱਚ ਸੌਂ ਜਾਈਏ ਤੇ ਫਿਰ ਤਾਂ ਗੱਲ ਬਣ ਗਈ। 22 ਘੰਟੇ ਦੀ ਫਲਾਈਟ ਕਰਕੇ ਉਹ ਆਪਦੀ ਮੰਜ਼ਿਲ 'ਤੇ ਪਹੁੰਚਦੇ ਨੇ। ਇੰਝ ਜਿਨ੍ਹਾਂ ਵਿਛੜਿਆਂ ਨੂੰ ਮਿਲਣਾ ਹੁੰਦਾ ਹੈ। ਕਈ ਏਜੰਟਾਂ ਨੂੰ ਉਹ ਮੈਂ ਵੇਖਿਆ, ਮਾਲਟ ਨੇ ਇੱਕ ਬੀਬੀ ਵਿਚਾਰੀ ਤੁਰੀ ਫਿਰੇ, ਉਹਦਾ ਚਿਹਰਾ ਬੜਾ ਉੱਡਿਆ ਰਿਹਾ। ਤੇ ਸਵੇਰ ਮੈਂ ਕਿਹਾ ਭੈਣਾ ਕਿਹਨੂੰ ਲੱਭ ਰਹੀ ਆ? ਕਹਿੰਦੀ ਵੀਰਾ ਵੀ ਮੇਰੇ ਕੋਲ ਪੈਸੇ ਨਹੀਂ ਹੈ ਤੇ ਕਾਰਡ ਨਹੀਂ ਹੈ। ਉਹ ਫੋਨ ਜੇ ਲੱਗੇ ਸੀਗੇ, ਮੈਂ ਕਿਹਾ ਲੈ ਕਾਰਡ। ਉਹਨੂੰ ਪੁੱਛਿਆ, ਕਹਿੰਦੀ ਘਰ ਵਾਲਾ ਮੇਰਾ ਅਮਰੀਕਾ ਤੇ 25 ਸਾਲ ਹੋ ਗਏ ਵਿਛੜਿਆਂ ਨੂੰ। ਤੇ ਮੈਂ ਕਿਹਾ ਵੀ ਇੱਥੇ ਕਿਵੇਂ? ਕਹਿੰਦੇ ਕੋਈ ਲਾ ਗਿਆ, 35 ਲੱਖ ਰੁਪਈਆ ਉਹਦੀ ਬੋਝੀ 'ਚ ਪਾਇਆ। ਮੈਂ ਕਿਹਾ ਹੈ ਇੰਨਾ ਪੈਸਾ? ਕਹਿੰਦੀ ਵੀਰਾ ਤੈਨੂੰ ਕੀ ਪਤਾ, ਜੇ 35 ਲੱਖ ਨਾਲ ਮੇਰਾ ਵਿਛੜਿਆ ਘਰ ਵਾਲਾ ਮੈਨੂੰ ਮਿਲ ਜਾਏ, ਅਜੇ ਮੈਂ ਅਮਰੀਕਾ ਪਹੁੰਚਣਾ, ਮੈਂ ਫੋਨ ਕਰਨਾ, ਗੱਡੀ ਲੈਣ ਆਊਗੀ। ਤੇ 35 ਲੱਖ ਦੀ ਬਜਾਏ ਭਾਵੇਂ 35 ਕਰੋੜ ਕਿਉਂ ਨਾ ਸਾੜਨਾ ਪਏ, ਵਹਾਉਣਾ ਪਏ, ਪੈਸੇ ਦੀ ਕੋਈ ਕੀਮਤ ਨਹੀਂ ਹੈ। ਤੋ ਇਸ ਵਾਸਤੇ ਇਹ ਤਾਂ ਹੱਥਾਂ ਦੀ ਮੈਲ ਹੈ, ਕਦੀ ਆ ਗਿਆ ਕਦੀ ਚਲਾ ਗਿਆ। ਮੈਂ ਹੈਰਾਨ ਰਹਿ ਗਿਆ ਵੀ ਵੇਖੋ ਇਹਦਾ ਦਿਲੋਂ ਕਿੰਨਾ ਨੇਹ ਹੈ। ਤੋ ਇਸ ਪ੍ਰਕਾਰ ਭਾਈ ਵੀਰ ਸਿੰਘ ਤੈਨੂੰ ਕੀ ਪਤਾ, ਉਹਨਾਂ ਦੀਆਂ ਅੱਖਾਂ 'ਚ ਨੀਂਦਰ ਕਿੱਥੇ ਆ? ਉਹ ਤਾਂ 35 40 50 ਲੱਖ ਰੁਪਈਆ ਦੇ ਕੇ ਆਪਦੇ ਵਿਛੜਿਆਂ ਨੂੰ ਮਿਲਦੇ ਨੇ। ਤੋ ਜਿਨ੍ਹਾਂ ਨੂੰ ਅਨੁਭਵ ਹੋ ਗਿਆ ਵਿਛੋੜੇ ਦਾ ਦੁੱਖ, ਉਹਨਾਂ ਨੂੰ ਪੁੱਛ ਕੇ ਵੇਖ, ਵਿਛੋੜਾ ਸੁਣੇ ਦੁੱਖ ਵਿਣ ਡਿਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਦ। ਉਹਨਾਂ ਨੂੰ ਧੀਰਜ ਨਹੀਂ ਆਉਂਦੀ ਹੈ ਦਰਸ਼ਨਾਂ ਤੋਂ ਬਗੈਰ। ਤੋ ਮੈਂ ਉਹਨਾਂ ਚਿਰ ਵਗਦਾ ਰਹੂੰ। ਤੋ ਭਾਈ ਵੀਰ ਸਿੰਘ ਨੇ ਲੌਜਿਕ ਲਿਆ ਵੀ ਇਨਸਾਨ ਹੀ ਹੈ ਜਿਹੜਾ ਗਾਫਲਤਾਈ ਦੀ ਨੀਂਦ ਸੁੱਤਾ ਰਹਿੰਦਾ ਹੈ। ਤੋ ਮਹਾਰਾਜ ਨੇ ਫਰਮਾਇਆ ਜਾਗ ਲੇਹੋ ਰੇਵਣਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸਾਂਗੀ ਸੋ ਵੀ ਸੰਗ ਨਾ ਹੋਇਆ। ਜੇ ਕਹੀਏ ਵੀ ਬਾਬੇ ਨੂੰ ਸੌਣ ਦਿਓ, ਆ ਤਰਕਸ਼ੀਲ ਸੁਸਾਇਟੀ ਇਹੀ ਗੱਲਾਂ ਕਰਦੀ ਆ ਵੀ ਤੋਤੇ ਵਰਗੀ ਰੱਟ, ਕਿਤੇ ਸੌਣ ਵੀ ਦਿਓ ਬਾਬੇ ਨੂੰ। ਤੇ ਸਾਧ ਸੰਗਤ ਜੀ ਵੇਖੋ ਫੈਕਟਰੀਆਂ ਚੱਲਦੀਆਂ, ਜਿਹੜੇ ਡਰਾਈਵਰ ਨੇ ਉਹ ਦਿਨ ਰਾਤ ਚੱਲਦੇ ਨੇ, ਕਿਉਂ? ਬਾਬੇ ਦੀ ਪ੍ਰਾਪਤੀ ਵਾਸਤੇ ਵੀ ਤਾਂ ਫਿਰ ਕੰਟੀਨਿਊਟੀ ਚਾਹੀਦੀ ਹੈ ਨਾ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮੈ ਮਨ ਮੰਤ, ਤਨ ਸਿਸੀ ਨਾਨਕਾ ਪੂਰਨ ਸੋਈ ਸੰਤ। ਇਹ ਨਹੀਂ ਵੀ ਉਹ ਸੌਂਦੇ ਨਹੀਂ, ਨੀਂਦ ਆਉਂਦੀ ਹੋਈ ਨਹੀਂ ਹੈ।
मैं बिन गुर देखे नींद ना आवे, ਤੇ ਮੈਂ ਨੀਰ ਵਹਿ ਵਹਿ ਚੱਲਿਆ ਜੀ। ਅੱਖਾਂ 'ਚੋਂ ਪਾਣੀ ਵਗਣਾ ਇਹ ਵਿਰਾਗ ਦੀ ਨਿਸ਼ਾਨੀ ਹੈ। ਤੋ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਪਿਆਰ ਅਤੇ ਵਿਰਾਗ ਦੇ ਵਿੱਚ ਰਹਿੰਦੇ ਨੇ, ਆਪਾਂ ਵਿਚਾਰ ਕਰ ਰਹੇ ਸੀ। ਪੰਜ ਸ਼ਬਦ ਨਿਰਮਾਇਲ ਬਾਜੇ, ਸਤ ਸੰਗਤ ਦੇ ਵਿੱਚ ਚੇਤਨ ਪੰਜ ਸ਼ਬਦ ਬ੍ਰਹਮ ਦਾ ਜਸ ਉਚਾਰਨ ਹੁੰਦਾ ਰਹਿੰਦਾ ਲਗਾਤਾਰ। ਜਸ ਰੂਪੀ ਸੋ ਮਹਾਰਾਜ ਦਾ ਕੀਰਤਨ ਹੁੰਦਾ ਰਹਿੰਦਾ ਹੈ। ਕੀਰਤਨ ਨਾਮ ਹੈ ਜਸ ਦਾ, ਕਥਾ ਵੀ ਕੀਰਤਨ ਜਸ, ਬਾਣੀ ਦਾ ਪਾਠ ਵੀ ਜਸ। ਢੋਲ ਕੇ ਚਵਰ ਸੰਖ ਕਨ ਗਾਜੇ, ਉੱਥੇ ਜਸ ਰੂਪੀ ਚੌਰ ਝੂਲਦਾ ਹੈ, ਸੰਖ ਦੀ ਤਰ੍ਹਾਂ ਕੀਰਤਨ ਦੀ ਧੁਨੀ ਵੱਜਦੀ ਹੈ ਅਤੇ ਬੱਦਲ ਗਰਜਨ ਵਾਂਗ ਪਰਮੇਸ਼ਰ ਦੀ ਪ੍ਰਾਪਤੀ ਦੇ ਗਿਆਨ ਦੇ ਆਨੰਦ ਦੀ ਗਰਜ ਪੈਂਦੀ ਹੈ। ਜਾਂ ਕੰਨ ਇੱਕ ਰਸ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲੇ ਗਿਆਨ ਦੀ ਗਰਜ ਪੈ ਰਹੀ ਹੈ। ਜਾਂ ਇੱਕ ਰਸ ਪਰਮੇਸ਼ਰ ਗਾਜੇ ਪ੍ਰਗਟ ਹੋ ਰਿਹਾ ਹੈ। ਜਾਂ ਅਰਦਾਸ ਦੇ ਵਕਤ ਵੇਖੋ ਨਗਾਰਾ ਖੜਕਦਾ ਹੈ। ਮੇਰੇ ਵਰਗੇ ਆਲਸੀ ਬੰਦੇ ਵੀ ਉੱਠ ਕੇ ਖੜੇ ਹੋ ਜਾਂਦੇ ਨੇ। ਨਗਾਰੇ ਦਾ ਮਤਲਬ ਇਹ ਹੈ ਵੀ ਬੰਦਾ ਇੱਕਦਮ ਤਬਕ ਕੇ ਹੋ ਅਰਦਾਸ ਸ਼ੁਰੂ ਹੋ ਗਈ, ਸੁੱਤਾ ਬੰਦਾ ਵੀ ਉੱਠ ਕੇ ਖੜਾ ਹੋ ਜਾਏ। ਤੇ ਲੰਗਰ ਦਾ ਨਗਾਰਾ, ਭੁੱਖੇ ਬੰਦੇ ਨੂੰ ਆਵਾਜ਼ ਸੁਣੇ ਉਹ ਲੰਗਰ ਵੱਲ ਜਾਵੇ ਵੀ ਲੰਗਰ ਖੁੱਲ੍ਹ ਗਿਆ ਹੈ। ਚਾਲੇ ਦਾ ਨਗਾਰਾ, ਇਹਨਾਂ ਦੀ ਵੱਖੋ ਵੱਖਰੀ ਆਵਾਜ਼ ਹੁੰਦੀ ਹੈ। ਇਉਂ ਗੁਰੂ ਘਰ ਦੇ ਵਿੱਚ ਪ੍ਰਤੱਖ ਗਰਜ ਪੈਂਦੀ ਹੈ। ਧਰਮਲ ਦਾਇਤੋ ਗੁਰਮੁਖ ਗਿਆਨ, ਜਿਸ ਨੇ ਕਾਮ ਕ੍ਰੋਧ ਆਦਿਕ ਦੈਂਤਾਂ ਨੂੰ ਦਲਮਲ ਸੁੱਟਿਆ ਹੈ, ਉਸ ਗੁਰਮੁਖ ਨੂੰ ਸਤ ਸੰਗਤ ਦੇ ਵਿੱਚੋਂ ਪਰਮੇਸ਼ਰ ਪ੍ਰਾਪਤੀ ਦਾ ਗਿਆਨ ਹੋਇਆ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸੈ ਕੋਏ। ਸੰਗਤ ਦੇ ਵਿੱਚੋਂ ਹੀ ਗੁਰੂ ਦੇ ਪਾਸੋਂ ਉਹਨਾਂ ਨੂੰ ਗਿਆਨ ਹੋਇਆ ਹੈ। ਬੇਣੀ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਕਥਨ ਕਰਦੇ ਕਿ ਹੇ ਪਰਮੇਸ਼ਰ, ਮੈਂ ਤਾਂ ਤੇਰਾ ਨਾਮ ਜਪਣਾ ਹੀ ਮੰਗਦਾ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹਉ ਤੈ ਪੈ ਮੰਗੂ, ਦੇ ਆਪਣਾ ਨਾਮ। ਰੋਟੀਆਂ ਵੀ ਲੰਗਰ 'ਚ ਵਾਧੂ ਨੇ, ਬਿਨਾਂ ਮੰਗਣ ਤੋਂ ਹੀ ਮਿਲਦੀਆਂ ਨੇ। ਚਾਹ ਵੀ ਵਾਧੂ ਵਰਤਦੀ ਹੈ। ਦੁੱਧ ਪਾਣੀ ਵੀ ਰੱਬ ਦਾ ਦਿੱਤਾ ਬਥੇਰਾ ਕੁਛ। ਬੋਝੀਆਂ ਵੀ ਸੰਗਤ ਮਾਇਆ ਆਪਦੇ ਖਰਚੇ ਜੋਗੀ ਦੇ ਹੀ ਦਿੰਦੀ ਹੈ। ਜਿਹੜੀ ਚੀਜ਼ ਲੋੜ ਹੋਵੇ ਹਾਜ਼ਰ ਹੋ ਜਾਂਦੀ ਹੈ। ਅਤੇ ਇਸ ਵਾਸਤੇ ਇੱਕ ਨਾਮ ਦੀ ਘਾਟ ਹੈ। ਸਾਰੀ ਉਮਰ ਹੋ ਗਈ ਅਤੇ ਦਾੜੇ ਕੇਸ ਚੱਟੇ ਹੋ ਗਏ, ਅਤੇ ਪਰ ਅਜੇ ਗੱਲ ਗੁੱਲ ਕੁਛ ਬਣੀ ਨਹੀਂ ਹੈ। ਅੰਮ੍ਰਿਤ ਛਕੇ ਨੂੰ ਮੁੱਦਤਾਂ ਹੀ ਬੀਤ ਗਈਆਂ, ਉਹਦਾ ਚੇਤਾ ਹੀ ਭੁੱਲ ਗਿਆ ਵੀ ਮੰਤਰ ਮਿਲਿਆ ਵੀ ਸੀ ਕਿ ਨਹੀਂ ਮਿਲਿਆ ਸੀ। ਮਤਲਬ ਜਪਣ ਦੀ ਹਿੰਮਤ ਹੀ ਨਹੀਂ ਰਹੀ। ਮਾਲਾ ਫੜਦਿਆਂ ਸਾਰੀ ਅੱਖਾਂ ਬੰਦ ਹੋ ਜਾਂਦੀਆਂ, ਨੀਂਦ ਆਉਣ ਲੱਗ ਪੈਂਦੀ, ਸਰੀਰ ਸੁਸਤ ਹੋ ਜਾਂਦਾ। ਅਤੇ ਬੜੀ ਮੁਸ਼ਕਿਲ ਹੈ ਨਾਮ ਜਪਣਾ। ਬਸ ਇੱਕ ਨਾਮ ਦੀ ਘਾਟ ਹੈ। ਕਿਰਪਾ ਕਰੋ ਹੇ ਵਾਹਿਗੁਰੂ। ਇਹ ਗੁਰੂ ਸਾਹਿਬ ਆਪਦੇ ਚਰਨਾਂ 'ਚੋਂ, ਬਾਕੀ ਦਾ ਆਪਦਾ ਦਿੱਤਾ ਸਾਡੇ ਕੋਲ ਸਾਰਾ ਕੁਛ, ਪਰ ਨਾਮ ਦੀ ਬਖਸ਼ਿਸ਼ ਕਰੋ ਜੀ। ਇਹਦੇ ਨਾਲ ਹੀ ਖੁਸ਼ਹਾਲੀ, ਪ੍ਰਸੰਨਤਾ ਅਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਵਾਲੀ ਪ੍ਰਾਪਤੀ ਹੋਏਗੀ। ਇੱਥੇ ਰਾਮਕਲੀ ਰਾਗ ਸੰਪੂਰਨ ਹੋਇਆ ਹੈ, ਜਿਸ ਵਿੱਚ ਪਹਿਲੇ ਪਾਤਸ਼ਾਹ ਦੇ 11 ਸ਼ਬਦ, ਤੀਜੇ ਪਾਤਸ਼ਾਹ ਦਾ 1 ਸ਼ਬਦ, ਚੌਥੇ ਪਾਤਸ਼ਾਹ ਦੇ 6 ਸ਼ਬਦ, ਪੰਜਵੇਂ ਪਾਤਸ਼ਾਹ ਦੀ 58 ਸ਼ਬਦ, ਪੰਜਵੇਂ ਪਾਤਸ਼ਾਹ ਦੀਆਂ ਪੜਤਾਲਾਂ ਦੇ 2 ਸ਼ਬਦ, ਨੌਵੇਂ ਮਹੱਲੇ ਦੇ 3 ਸ਼ਬਦ, ਕੁੱਲ ਸ਼ਬਦਾਂ ਦਾ ਜੋੜ 81। ਪਹਿਲੇ ਪਾਤਸ਼ਾਹ ਦੀਆਂ ਅਸ਼ਟਪਦੀਆਂ 9, ਤੀਜੇ ਸਤਿਗੁਰਾਂ ਦੀਆਂ 5, ਪੰਜਵੇਂ ਦੀਆਂ 8, ਕੁੱਲ ਅਸ਼ਟਪਦੀਆਂ 22। ਅਤੇ ਮਹੱਲਾ ਤੀਜਾ ਆਨੰਦ ਸਾਹਿਬ ਦੀਆਂ 40 ਪੌੜੀਆਂ, ਰਾਮਕਲੀ ਸਾਹਿਬ ਦੀਆਂ 6, ਮਹੱਲੇ ਪੰਜਵੇਂ ਦੇ ਸ਼ੰਤ ਸਲੋਕ 4, ਪੰਜਵੇਂ ਦੇ ਸ਼ੰਤ ਬਿਨਾਂ ਸਲੋਕ ਤੋਂ 8, ਪੰਜਵੇਂ ਪਾਤਸ਼ਾਹ ਦੀਆਂ ਰੁੱਤਾਂ ਸਲੋਕ ਅਤੇ ਸ਼ੰਤ 16, ਆਨੰਦ ਸਾਹਿਬ ਦੇ ਸ਼ੰਤਾਂ ਦਾ ਜੋੜ 74, ਜਿਨ੍ਹਾਂ ਦੇ ਸਲੋਕ ਦੇ ਸ਼ੰਤ ਲਿਖਿਆ ਹੋਇਆ ਉਸ ਹਿਸਾਬ ਨਾਲ 16 ਬਣਦੇ ਨੇ। ਜਿਨ੍ਹਾਂ ਦੇ ਸਿਰਲੇਖ ਕੁਝ ਨਹੀਂ ਅਤੇ ਪਰ ਅੰਕ ਲੱਗਿਆ ਹੋਇਆ ਉਹ ਸਲੋਕ 8 ਨੇ, ਪਰ ਉਹਨਾਂ ਦੀ ਗਿਣਤੀ ਨਹੀਂ ਲਿਖੀ। ਦੱਖਣੀ ਓਂਕਾਰ ਦੀਆਂ 54 ਪੌੜੀਆਂ, ਸਿੱਧ ਕੋਟ ਦੀਆਂ 73 ਪੌੜੀਆਂ ਦਾ ਜੋੜ 127, ਪਹਿਲੀ ਵਾਰ ਦੇ ਸਲੋਕ 19 ਅਤੇ ਪਹਿਲੀ ਵਾਰ ਦੇ ਮਹੱਲੇ 31, ਪਹਿਲੀ ਵਾਰ ਦੀਆਂ ਪੌੜੀਆਂ 21, ਕਬੀਰ ਦੇ ਸਲੋਕ 2। ਇਹਨਾਂ ਸਲੋਕਾਂ ਮਹੱਲਿਆਂ ਦੇ ਪੌੜੀਆਂ ਦਾ ਜੋੜ 73, ਦੂਜੀ ਵਾਰ ਦੇ ਸਲੋਕ 22, ਦੂਜੀ ਵਾਰ ਦੇ ਮਹੱਲੇ ਵੀ 22 ਅਤੇ ਦੂਜੀ ਵਾਰ ਦੀਆਂ ਪੌੜੀਆਂ ਵੀ 22। ਪੰਜਵੇਂ ਪਾਤਸ਼ਾਹ ਦੀ ਸਾਰੀ ਸਲੋਕ ਮਹੱਲੇ ਦੇ ਪੌੜੀਆਂ ਦਾ 66 ਜੋੜ, ਸੱਤੇ ਬਲਵੰਡੇ ਵਾਰ ਦੀਆਂ ਪੌੜੀਆਂ 8,
ਭਗਤ ਬਾਣੀ 'ਚ ਕਬੀਰ ਦੇ ਸ਼ਬਦ 12, ਨਾਮਦੇਵ ਦੇ 4, ਰਵਿਦਾਸ ਦਾ 1, ਬੇਣੀ ਜੀ ਦਾ ਆਖਰੀ 1 ਸ਼ਬਦ। ਕੁੱਲ ਭਗਤ ਬਾਣੀ ਦੇ 18 ਸ਼ਬਦਾਂ ਦੀ ਕਥਾ ਆਪਣੇ ਸਰਵਣ ਕੀਤੀ ਹੈ। ਇਹ ਰਾਮਕਲੀ ਰਾਗ ਵਿੱਚ ਕੁੱਲ ਸ਼ਬਦ 469 ਦੀ ਕਥਾ ਸਮਾਪਤ ਹੋਈ ਹੈ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ। ਅੱਗੇ ਤੋਂ ਸਮਤ ਬਖਸ਼ਣੇ। ਦਲ ਮਲ ਦਾਇਤੋ ਗੁਰਮੁਖ ਗਿਆਨ, ਬੇਣੀ ਜਚੈ ਤੇਰਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇ।